ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਵਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਸ਼੍ਰੀ ਗੁਰੂ ਵਚਨ ਕਮਾਏ ਜਿਨ ਚੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਦੋਹਿਰਾ ਇਮ ਨਿਰਪਜੈ ਸਿੰਘ ਦੂਤ ਕੇ ਬਾਕ ਸੁਣੇ ਸਭ ਕਾਨ ਭਗਤ ਬਸ਼ਲ ਨਿਜ ਵਿਰਦ ਕੋ ਸਤਿਗੁਰ ਸਿਮਰਨ ਠਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਸਾਧ ਸੰਗਤ ਜੀ, ਵੱਡੇ ਭਾਗ ਹਨ ਸਾਡੇ ਜੋ ਕਿ ਸਾਨੂੰ ਇਹ ਸਾਧ ਸੰਗਤ ਦੀ ਦਾਤ ਪ੍ਰਾਪਤ ਹੋਈ ਹੈ। ਲੜੀਵਾਰ ਅਸੀਂ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਉਹਨਾਂ ਦੇ ਪਾਵਨ ਇਤਿਹਾਸ ਨੂੰ ਸਰਵਣ ਕਰ ਰਹੇ ਹਾਂ। ਪਿਛਲੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਜਦੋਂ ਰਾਜਾ ਜੈ ਸਿੰਘ ਉਹਨਾਂ ਦਾ ਇੱਕ ਭੇਜਿਆ ਹੋਇਆ ਦੂਤ ਸਲਾਹਕਾਰ ਕੀਰਤਪੁਰ ਸਾਹਿਬ ਗੁਰੂ ਮਹਾਰਾਜ ਨੂੰ ਦਿੱਲੀ ਲਿਜਾਣ ਲਈ ਆਇਆ। ਬੇਨਤੀ ਕੀਤੀ ਹੈ, ਰਾਜਾ ਜੈ ਸਿੰਘ ਦੇ ਪ੍ਰੇਮ ਦੇ ਬਾਰੇ ਦੱਸਿਆ। ਗੁਰੂ ਸਾਹਿਬ ਜੀ ਨੇ ਆਖਿਆ, ਅਸੀਂ ਕਦੇ ਵੀ ਬਾਦਸ਼ਾਹ ਔਰੰਗਜ਼ੇਬ ਨੂੰ ਤਾਂ ਨਹੀਂ ਮਿਲ ਸਕਦੇ, ਪਰ ਇਹ ਮਹਾਰਾਜ ਜਾਣ ਗਏ ਸੀ ਕਿ ਰਾਜਾ ਜੈ ਸਿੰਘ ਜਿਹੜਾ ਜੈਪੁਰ ਰਿਆਸਤ ਦਾ ਰਾਜਾ ਸੀ, ਕਿ ਉਹਨੇ ਬੜੇ ਪ੍ਰੇਮ ਦੇ ਨਾਲ ਬੇਨਤੀ ਕੀਤੀ ਆ। ਇਸ ਕਰਕੇ ਦੂਤ ਨੇ ਸਾਰਾ ਸੁਨੇਹਾ ਜਿਵੇਂ ਜਿਵੇਂ ਰਾਜਾ ਜੈ ਸਿੰਘ ਸਵਾਈ ਨੇ ਆਖਿਆ ਸੀ ਤਿਵੇਂ ਤਿਵੇਂ ਗੁਰੂ ਸਾਹਿਬ ਜੀ ਨੂੰ ਸੁਣਾਇਆ ਸੰਗਤਾਂ ਦੇ ਵਿੱਚ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਫਿਰ ਆਪਣੇ ਗੁਰੂ ਪਿਤਾ ਜੀ ਦੇ ਬਚਨਾਂ ਬਾਰੇ ਦੱਸਿਆ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ ਕੀਤਾ। ਅਸੀਂ ਵੀ ਉਹਨਾਂ ਗੱਲਾਂ 'ਤੇ ਹੀ ਪਹਿਰਾ ਦਿਆਂਗੇ, ਅਸੀਂ ਵੀ ਉਹਨੂੰ ਦਰਸ਼ਨ ਨਹੀਂ ਦੇਵਾਂਗੇ। ਤਾਂ ਦੂਤ ਕਹਿਣ ਲੱਗਾ, ਗੁਰੂ ਸਾਹਿਬ ਜੀ ਜਿਵੇਂ ਤੁਹਾਡੀ ਮਰਜ਼ੀ ਹੈ ਉਵੇਂ ਹੀ ਕਰਨਾ। ਇਸ ਗੱਲ ਲਈ ਅਸੀਂ ਤੁਹਾਨੂੰ ਜ਼ੋਰ ਨਹੀਂ ਪਾਵਾਂਗੇ ਕਿ ਬਾਦਸ਼ਾਹ ਔਰੰਗਜ਼ੇਬ ਕੋਲ ਜਾਓ, ਭਾਵੇਂ ਤੁਸੀਂ ਰਾਜਾ ਜੈ ਸਿੰਘ ਦੇ ਕੋਲ ਹੀ ਰਹੋ, ਉਹਦੇ ਬਣਾਏ ਹੋਏ ਬੰਗਲੇ ਵਿੱਚ। ਇੱਥੋਂ ਤੱਕ ਆਪ ਜੀ ਨੇ ਸਰਵਣ ਕੀਤਾ ਸੀ। ਇਹ ਵਾਲਾ ਜੋ ਪ੍ਰਸੰਗ ਸੀ ਬੜੇ ਹੀ ਵਿਸਥਾਰ ਪ੍ਰੇਮ ਸਹਿਤ
ਹੁਣ ਅੱਗੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਕੀ ਫੈਸਲਾ ਹੁੰਦਾ ਹੈ ਤੇ ਉਹ ਫੈਸਲੇ ਨੂੰ ਸੁਣਾ ਕੇ ਕੀ ਅੱਗੇ ਕਰਮ ਕਰਦੇ ਨੇ, ਇਸੇ ਪ੍ਰਸੰਗ 'ਚ ਆ ਰਿਹਾ ਹੈ। ਮਨ ਨੂੰ, ਬਿਰਤੀਆਂ ਨੂੰ, ਚਿੱਤ ਨੂੰ ਕਰੀਏ ਇਕਾਗਰ, ਪਿਆਰ ਸਤਿਕਾਰ ਦੇ ਨਾਲ। ਗੁਰੂ ਪਿਆਰਿਓ, 8ਵੇਂ ਪਾਤਸ਼ਾਹ ਜੀ ਦਾ ਇਤਿਹਾਸ ਕਰੀਏ ਜੀ ਸਰਵਣ। ਦੋਹੇਰਾ ਇਮ ਨਿਰਪ ਜੈ ਸਿੰਘ ਦੂਤ ਕੇ, ਬਾਤ ਸੁਣੇ ਸਭ ਕਾਨ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਇਸ ਤਰ੍ਹਾਂ ਰਾਜੇ ਜੈ ਸਿੰਘ ਦੇ ਦੂਤ ਦੇ ਸਾਰੇ ਬਚਨ ਜਿਹੜੇ ਨੇ ਆਪਣੇ ਕੰਨਾਂ ਦੇ ਨਾਲ ਸੁਣੇ ਹਨ। ਭਗਤ ਬਸਲ ਨਦ ਬਿਰਦ ਕੋ, ਸਤ ਗੋਲ ਸਿਮਰਨ ਠਾਨ। ਆਪਣੇ ਭਗਤ ਵਸ਼ਲ ਧਰਮ ਨੂੰ ਸਤਿਗੁਰੂ ਜੀ ਨੇ ਫਿਰ ਯਾਦ ਕੀਤਾ ਹੈ। ਚੌਪਈ ਬਿਨੇ ਸੋ ਪ੍ਰੇਮ ਡੌਰ ਕੇ ਸਾਥ, ਬੰਦਮਾਨ ਹੋਵਤ ਜਗਨਾਥ। ਜਗਤ ਦੇ ਨਾਥ ਸਤਿਗੁਰੂ ਜੀ ਬਿਨੇ ਰੂਪੀ ਪ੍ਰੇਮ ਦੀ ਡੋਰੀ ਦੇ ਨਾਲ ਨਾ ਬੱਝੇ ਹੋਏ ਹਨ। ਅਚਿਓ ਫਿਰਤ ਭਗਤ ਕੇ ਸੰਗ, ਤਿਆਗ ਨਾ ਸਕੇ ਸਦਾ ਇੱਕ ਰੰਗ। ਤੇ ਡੋਰ ਦੇ ਨਾਲ ਖਿੱਚੇ ਹੋਏ ਭਗਤਾਂ ਦੇ ਨਾਲ ਨਾਲ ਫਿਰਦੇ ਨੇ। ਕਦੀ ਵੀ ਨਾ ਪ੍ਰੇਮ ਵਿੱਚ ਜਿਹੜੇ ਆ ਕੇ ਬੇਨਤੀਆਂ ਕਰਦੇ ਨੇ ਉਹਨਾਂ ਨੂੰ ਤਿਆਗ ਨਹੀਂ ਸਕਦੇ। ਸਦਾ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇੱਕ ਰੰਗ ਦੇ ਵਿੱਚ ਰਹਿੰਦੇ ਹਨ। ਕੇਤਕ ਕਾਲ ਜਗ ਗੁਰ ਰਹਿ ਮੂਨ, ਕੈਸਿਓ ਦਿਓ ਨ ਉੱਤਰ ਕੌਣ। ਫਿਰ ਜਗਤ ਗੁਰੂ ਜੀ ਕਾਫੀ ਸਮਾਂ ਚੁੱਪ ਰਹੇ ਨੇ, ਕਿਸੇ ਨੂੰ ਵੀ ਕੋਈ ਵੀ ਉੱਤਰ ਨਹੀਂ ਦਿੱਤਾ ਹੈ। ਉਹਨੇ ਭਵਿੱਖਤ ਸਕਲ ਵਿਚਾਰੀ, ਹੋਏ ਹੈ ਜਤਾ ਈਸ ਗਤ ਭਾਰੀ। ਫਿਰ ਸਾਰੇ ਭਵਿੱਖ ਕਾਲ ਦੇ ਉੱਤੇ ਵਿਚਾਰ ਕੀਤੀ ਹੈ ਕਿ ਜਿਵੇਂ ਈਸ਼ਵਰ ਦੀ ਮਰਜ਼ੀ ਹੈ ਸਾਰੀ ਗਤੀ ਉਦਾਂ ਹੀ ਹੁੰਦੀ ਹੈ। ਸੋ ਵਿਚਾਰ ਕਰ ਚਿਤ ਮੈਂ ਨੀਕੋ, ਚੱਲ ਵੇ ਚਲਿਓ ਸੋ ਦਸ ਦਿੱਲੀ ਕੋ। ਸਾਰੀਆਂ ਗੱਲਾਂ ਨੂੰ ਨਾ ਚਿੱਤ ਦੇ ਵਿੱਚ ਵਿਚਾਰ ਕੇ ਦਿੱਲੀ ਵਾਲੇ ਪਾਸੇ ਚੱਲਣ ਦਾ ਜਿਹੜਾ ਮਨ ਸੀ ਉਹ ਚਾਹਿਆ ਹੈ ਸਾਹਿਬ ਜੀ ਨੇ। ਜਸ ਦਿਨ ਪੁੰਨ ਸੋ ਮੁਖੈ ਮਸੰਦ, ਕਰੇ ਹੰਕਾਰ ਨ ਸੋ ਮਤ ਬੁਲੰਦ। ਫਿਰ ਜਿਹੜੇ ਮੁਖੀ ਪ੍ਰਚਾਰਕ ਸਨ ਨਾ, ਜਿਹੜੇ ਸ੍ਰੇਸ਼ਟ ਬੁੱਧੀ ਵਾਲੇ ਸਨ, ਉਹਨਾਂ ਸਭ ਨੂੰ ਬੁਲਾਇਆ ਗਿਆ ਹੈ। ਸਭ ਹਿਨ ਸੋ ਸ੍ਰੀ ਮੁਖ ਤੇ ਕਹਿਓ, ਗਵਨ ਵਰਤਾਂਤ ਕਥਨ ਗਚਤ ਭੈ ਲਹਿਓ। ਸਾਰਿਆਂ ਨੂੰ ਗੁਰੂ ਮਹਾਰਾਜ ਨੇ ਆਪਣੇ ਮੁਖ ਤੋਂ ਕਿਹਾ ਕਿ ਦਿੱਲੀ ਜਾਣ ਬਾਰੇ ਤੁਸੀਂ ਕੀ ਚਿੱਤ ਵਿੱਚ ਜਾਣਿਆ ਹੈ, ਤੁਹਾਡਾ ਕੀ ਵਿਚਾਰ ਹੈ ਕਿ ਸਾਨੂੰ ਦਿੱਲੀ ਜਾਣਾ ਚਾਹੀਦਾ ਹੈ ਕਿ ਨਹੀਂ। ਪਰਨ ਡੋਲ ਹਮਾਰੋ ਇਹੀ, ਦਰਸ਼ਨ ਤੁਰਕ ਦੇ ਨਹਿ। ਗੁਰੂ ਮਹਾਰਾਜ ਕਹਿਣ ਲੱਗੇ ਸਾਡਾ ਇਹ ਜਿਹੜਾ ਪ੍ਰਣ ਅਡੋਲ ਹੈ ਕਿ ਜਿਹੜਾ ਔਰੰਗਜ਼ੇਬ ਹੈ ਨਾ ਬਾਦਸ਼ਾਹ, ਉਹਨੂੰ ਨਹੀਂ ਅਸੀਂ ਕਦੇ ਵੀ ਦਰਸ਼ਨ ਦੇਣੇ ਤੇ ਨਾ ਹੀ ਉਹਦੇ ਕਦੇ ਮੱਥੇ ਲੱਗਣਾ, ਨਾ ਹੀ ਕਦੇ ਉਹਦੇ ਦਰਸ਼ਨ ਕਰਾਂਗੇ। ਨਿਰਪ ਜੈ ਸੈਂਕੀ ਪ੍ਰੀਤ ਕਨੇਰੀ, ਬੇਨਤੀ ਕੀਨ ਬਖਾਨ ਬਡੇਰੀ। ਰਾਜਾ ਜੈ ਸਿੰਘ ਦੀ ਬਹੁਤ ਗੂੜੀ ਪ੍ਰੀਤ ਹੈ, ਉਸਨੇ ਬਹੁਤ ਵੱਡੀ ਬੇਨਤੀ ਕਰਕੇ ਭੇਜਿਆ ਹੈ। ਜਸ ਕੋ ਭਾਉ ਨ ਫੇਰਿਓ ਜਾਏ, ਅਨਕੋ ਪੈਨ ਪ੍ਰੇਮ ਵਡਾਏ। ਤੇ ਰਾਜਾ ਜੈ ਸਿੰਘ ਨੇ ਨਾ ਪ੍ਰੇਮ ਜਿਹੜਾ ਸੀ ਉਹਦੇ ਨਾਲ ਵਧਾ ਕੇ ਅਨੇਕਾਂ ਤੋਹਫੇ ਭੇਜੇ ਨੇ। ਉਹਨਾਂ ਦੀ ਇਹ ਪ੍ਰੇਮ ਭਰੀ ਬੇਨਤੀ ਨੂੰ ਟਾਲਿਆ ਨਹੀਂ ਜਾ ਸਕਦਾ। ਜਿਸ ਕੇ ਦੂਰ ਨ ਸੋ ਸੋ ਹੀਰੇ, ਉਚਤ ਜਾਓ ਦਿੱਲੀ ਪੁਰ ਹੀਰੇ। ਇਸ ਕਰਕੇ ਅਸੀਂ ਸੋਚਿਆ ਹੈ
ਉਹਨਾਂ ਦੇ ਭੇਜੇ ਹੋਏ ਦੂਤ ਨੂੰ ਅਸੀਂ ਨਹੀਂ ਖਾਲੀ ਮੋੜਾਂਗੇ, ਖਾਲੀ ਨਹੀਂ ਮੋੜ ਸਕਦੇ। ਇਹ ਗੱਲ ਠੀਕ ਨਹੀਂ ਹੋਵੇਗੀ। ਇਹੀ ਠੀਕ ਹੋਵੇਗਾ ਕਿ ਦਿੱਲੀ ਚੱਲੀਏ, ਉੱਥੇ ਜਾ ਕੇ ਦਿੱਲੀ ਦੀਆਂ ਸੰਗਤਾਂ ਨੂੰ ਮਿਲਣਾ ਕਰੀਏ। ਕੈਸੋ ਬਣੇ ਤਹਾਂ ਸਭ ਸਈਓ, ਸੇਵਕ ਕੋ ਸੋ ਪ੍ਰੇਮ ਨਿਰਭਈਐ। ਉੱਥੇ ਕਿਸ ਤਰ੍ਹਾਂ ਵੀ ਬਣੇ ਸਭ ਬਰਦਾਸ਼ਤ ਕਰਾਂਗੇ, ਸੇਵਕ ਦੇ ਸ੍ਰੇਸ਼ਟ ਪ੍ਰੇਮ ਨੂੰ ਨਿਭਾਵਾਂਗੇ। ਯਮ ਸੁਣ ਕੇ ਮਹਸੰਦ ਸਮੁਦਾਇ, ਸ੍ਰੀ ਮਾਤਾ ਦੇ ਭੈ ਹਰ ਖਾਏ। ਇਹ ਸੁਣ ਕੇ ਸਾਰੇ ਮਸੰਦ ਤੇ ਸ਼੍ਰੀ ਮਾਤਾ ਜੀ ਜਿਹੜੇ ਸਨ ਆਦ ਬਹੁਤ ਪ੍ਰਸੰਨ ਹੋਏ ਹਨ। ਮਨ ਬਾਤ ਸਭ ਹਿਨ ਕੋ ਭਇਓ, ਰਹੋ ਸੂਤ ਇਸ ਬਿਰਤਾ ਲਿਓ। ਸਾਰਿਆਂ ਦੇ ਮਨ ਦੀ ਇੱਛਾ ਦੇ ਅਨੁਸਾਰ ਹੋਇਆ ਹੈ। ਇਹ ਬਾਦਸ਼ਾਹ ਦੇ ਨਾਲ ਸੁਲ੍ਹਾ ਰਹੀ ਨਾ, ਤੇ ਕੀਰਤਪੁਰ ਦਾ ਟਿਕਾਣਾ ਜਿਹੜਾ ਏ ਟਿਕਿਆ ਰਹੇਗਾ, ਪ੍ਰਾਪਤ ਰਹੇਗਾ ਸਾਨੂੰ ਜੀ। ਨੈ ਜਾਤ ਸਾਹੋ ਵਡਵਾਦੀ, ਕੋ ਜਾਣੇ ਕਿਆ ਕਰਤ ਪਰਮਾਦੀ। ਕਹਿੰਦੇ ਜੇ ਤੁਸੀਂ ਦਿੱਲੀ ਨਾ ਜਾਂਦੇ ਸਾਹਿਬ ਜੀ, ਤਾਂ ਪ੍ਰਚਾਰਕ ਕਹਿਣ ਲੱਗੇ ਹੋ ਸਕਦਾ ਬਾਦਸ਼ਾਹ ਦਾ ਕੀ ਆ, ਉਹ ਵੱਡਾ ਹਠੀ ਆ, ਜਿੱਦੀ ਆ, ਤੇ ਉਹਨੇ ਝਗੜਾ ਕਰਨਾ ਸੀ। ਉਹ ਫੌਜ ਵੀ ਭੇਜ ਸਕਦਾ ਸੀ, ਕੀਰਤਪੁਰ ਸਾਹਿਬ ਨੂੰ ਤਬਾਹ ਵੀ ਕਰ ਸਕਦਾ ਸੀ, ਜੇ ਤੁਸੀਂ ਨਾ ਜਾਂਦੇ ਦਿੱਲੀ ਦੇ ਵਿੱਚ। ਕੀਰਤਪੁਰ ਬਸਵੇ ਮੈਂ ਤਬੈ, ਸੰਸੇ ਹੁਤੋ ਕਹਿਤ ਬ੍ਰਿਧ ਸਭੈ। ਫਿਰ ਕੀਰਤਪੁਰ ਸਾਹਿਬ ਵਸਣ ਦੇ ਵਿੱਚ ਸੰਸਾ ਰਹਿਣਾ ਸੀ, ਸਦਾ ਹੀ ਡਰ ਬਣਿਆ ਰਹਿਣਾ ਸੀ ਕਿ ਹੁਣ ਵੀ ਉਹਦੀ ਫੌਜ ਕਿਤੇ ਹਮਲਾ ਨਾ ਕਰ ਦੇਵੇ। ਇਹ ਸਾਰੇ ਬਜ਼ੁਰਗਾਂ ਨੇ ਇਦਾਂ ਆਖਣਾ ਕੀਤਾ ਹੈ। ਅਬਰਸ ਰਹਿਓ ਪੂਰੀ ਗਬਨੇ ਹੈ, ਤੈ ਪੀਜੈ ਸਿੰਘ ਨਿਰਭਉ ਸੁਰਜੇ ਹੈ। ਕਹਿੰਦੇ ਇਸ ਪ੍ਰਕਾਰ ਜਦੋਂ ਤੁਸੀਂ ਗੁਰੂ ਸਾਹਿਬ ਜੀ ਦਿੱਲੀ ਜਾਓਗੇ ਨਾ, ਇੱਕ ਤਾਂ ਰਾਜਾ ਜੈ ਸਿੰਘ ਵੀ ਖੁਸ਼ ਹੋ ਜਾਵੇਗਾ, ਕਿਉਂਕਿ ਉਹਦੇ ਦਿਲ ਦੀ ਤਮੰਨਾ ਹੈ ਤੁਹਾਡੇ ਦਰਸ਼ਨ ਕਰਨੇ, ਉਹ ਪੂਰੀ ਹੋ ਜਾਵੇਗੀ। ਇਤਿਆਥ ਆਪਸ ਮੇ ਕਹਿ ਚਤ ਥਿਰ ਪੈ ਭਲੀ ਬਿਦ ਲੈ ਲੈ। ਐਵੇਂ ਆਪਸ ਦੇ ਵਿੱਚ ਕਹਿ ਕੇ ਚਿੱਤ ਸਥਿਰ ਹੋ ਕੇ ਭਲੀ ਵਿਧੀ ਅਨੁਸਾਰ ਲਹਿਰਾ ਉੱਠੇ ਨੇ ਸਾਰੇ ਪ੍ਰਚਾਰਕ। ਮਾਤਾ ਜੀ ਸਾਰੇ ਬੜੇ ਖੁਸ਼ ਹੋ ਗਏ ਹਨ ਇਸ ਫੈਸਲੇ ਤੋਂ। ਖੈਰੀ ਠੀਕ ਗਵਨ ਕੀ ਏਵ, ਸਰਪ ਸਰਾਹੇ ਸ੍ਰੀ ਗੁਰਦੇਵ। ਐਵੇਂ ਜਿਹੜੀ ਦਿੱਲੀ ਜਾਣ ਦੀ ਪ੍ਰਕਿਰਿਆ ਹੈ ਨਾ, ਸਾਰਿਆਂ ਨੇ ਉਹਨੂੰ ਠੀਕ ਆਖਿਆ। ਕਹਿਣ ਲੱਗੇ ਗੁਰੂ ਜੀ ਨੇ ਬਹੁਤ ਸੋਹਣਾ ਫੈਸਲਾ ਸੁਣਾਇਆ ਹੈ, ਦਿੱਲੀ ਜਾਣ ਬਾਰੇ ਕਿਹਾ। ਸਭ ਨੇ ਸ਼ਲਾਘਾ ਕੀਤੀ ਇਸ ਗੱਲ ਦੀ। ਮਸਲਤ ਕਰ ਸੋ ਦਿਵਸ ਬਤਾਇਓ, ਤਿਆਰੀ ਕਰਨ ਹੇਤ ਹਿਤ ਲਾਇਓ। ਸਲਾਹ ਕਰਦਿਆਂ ਸਾਰਾ ਦਿਨ ਜਿਹੜਾ ਸੀ ਬਤੀਤ ਕੀਤਾ ਹੈ ਤੇ ਤਿਆਰੀ ਕਰਨ ਵਾਸਤੇ ਚਿੱਤ ਲਾਇਆ ਹੈ। ਭਈ ਪਰਪਾਤ ਕੀਨ ਇਸ਼ਨਾਨਾ, ਵਸਤਰ ਭੂਖਣ ਪੈਰੇ ਠਾਨਾ ਨਾਨਾ। ਜਦੋਂ ਸਵੇਰ ਹੋਈ ਤਾਂ ਇਸ਼ਨਾਨ ਕੀਤਾ, ਕਈ ਪ੍ਰਕਾਰ ਦੇ ਜਿਹੜੇ ਵਸਤਰ ਸੀ ਤੇ ਗਹਿਣੇ ਸੀ ਉਹ ਪਹਿਨਣੇ ਕੀਤੇ ਹਨ ਜੀ। ਸਭਾ ਬੈਠ ਬਲਵਾਇਓ ਦੂਤ, ਬੋਲਿਓ ਸ੍ਰੀ ਹਰਿ ਰਾਏ ਸੁਪੂਤ। ਸਭਾ ਦੇ ਵਿੱਚ ਬੈਠ ਕੇ ਦੂਤ ਨੂੰ ਬੁਲਾਇਆ ਤੇ ਸ੍ਰੀ ਗੁਰੂ ਹਰਿ ਰਾਏ ਜੀ ਦੇ ਸੁਪੁੱਤਰ ਜੀ ਬੋਲੇ ਹਨ। ਕਹੋ ਪ੍ਰੇਮ ਨਿਰਪਕੋ ਤੋਟ ਨਾਨਾ, ਜਾਤੇ ਗਵਨ ਕਰਨ ਹਮ ਮਾਨਾ। ਗੁਰੂ ਸਾਹਿਬ ਜੀ ਨੇ ਫਿਰ ਉਸ ਦੂਤ ਨੂੰ ਕੋਲ ਬਿਠਾਇਆ, ਪ੍ਰੇਮ ਦੇ ਨਾਲ ਕਹਿਣ ਲੱਗੇ, ਕਹਿੰਦੇ ਤੁਸੀਂ ਰਾਜੇ ਦੀ ਪ੍ਰੇਮ ਭਰੀ ਚਿੱਠੀ ਲੈ ਕੇ ਆਏ ਹੋ, ਰਾਜਾ ਜੈ ਸਿੰਘ ਦੀ, ਇਸ ਕਰਕੇ ਉਹਨੂੰ ਅਸੀਂ ਹੁਣ ਸਵੀਕਾਰ ਕਰ ਲਿਆ ਹੈ, ਇਸ ਕਰਕੇ ਅਸੀਂ ਹੁਣ ਜਾਣਾ ਮੰਨਿਆ ਹੈ। ਔਰ ਮੈਂ ਪਰਵੇਸੇ ਮਿਲ ਹੈ ਜਬੈ, ਬੇਨਤੀ ਸਹਿਤ ਨਾ ਕਸ ਕੈ ਤਬੈ। ਨਗਰ ਦੇ ਵਿੱਚ ਕਹਿੰਦੇ ਦਾਖਲ ਹੁੰਦਿਆਂ ਹੀ ਜਦੋਂ ਮਿਲ ਪੈਣਗੇ ਨਾ, ਤਦ ਬੇਨਤੀ ਸਹਿਤ ਉਹਨਾਂ ਨੂੰ ਕੁਝ ਨਹੀਂ ਕਹਿਣਾ ਹੈ, ਉਹਨਾਂ ਨੂੰ ਕੁਝ ਨਹੀਂ ਤੁਸੀਂ ਆਖਣਾ ਹੈ। ਮਿਲੇ ਨ ਤੁਰਕ ਸਾਥ ਤੈ ਕਬਹੂ,
ਹਮ ਇਹੋ ਬਾਤ ਕਹਿਤ ਲੈ ਅਬ ਹੂੰ। ਉੱਥੇ ਪਹੁੰਚ ਕੇ ਅਸੀਂ ਕਦੀ ਵੀ ਤੁਰਕ ਬਾਦਸ਼ਾਹ, ਉਹ ਮੁਸਲਮਾਨ ਬਾਦਸ਼ਾਹ ਔਰੰਗਜ਼ੇਬ, ਉਹਨੂੰ ਕਦੇ ਨਹੀਂ ਮਿਲਣਾ। ਇਹ ਗੱਲ ਅਸੀਂ ਹੁਣੇ ਹੀ ਕਹਿ ਦਿੰਦੇ ਹਾਂ। ਇਹ ਗੱਲ ਸਪਸ਼ਟ ਰੂਪ ਵਿੱਚ ਜਾਣ ਲਵੋ। ਦਿੱਲੀ ਅਸੀਂ ਜ਼ਰੂਰ ਜਾਵਾਂਗੇ, ਰਾਜਾ ਜੈ ਸਿੰਘ ਨੂੰ ਮਿਲਾਂਗੇ, ਸੰਗਤਾਂ ਦੇ ਵੀ ਦਰਸ਼ਨ ਕਰਾਂਗੇ, ਪਰ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਾਂਗੇ ਕਦੇ ਵੀ। ਪੂਰਬ ਲਖ ਪਟ ਪਰਵਾਨ ਸੁਮਤ ਬੰਤ ਪੋਬਤ ਪਰਧਾਨਾ। ਇਸ ਤਰ੍ਹਾਂ ਕਹਿੰਦੇ ਪਹਿਲਾਂ ਹੀ ਕੋਈ ਚਿੱਠੀ ਲੈ ਕੇ ਭੇਜ ਦੋ, ਗੁਰੂ ਸਾਹਿਬ ਜੀ ਕਹਿੰਦੇ ਰਾਜੇ ਨੂੰ, ਤੇ ਉਹ ਚਿੱਠੀ ਪੜ੍ਹ ਲਵੇਗਾ ਤੇ ਉਹਨੂੰ ਸਾਡਾ ਆਸ਼ਾ ਜਾਣ ਦਾ ਮਨੋਰਥ ਸਮਝ ਵਿੱਚ ਆ ਜਾਵੇਗਾ। ਤਬ ਕਰ ਜੋਰੇ ਬਾਕੋ ਚਾਰਾ ਸੁਣੋ ਗੁਰੂ ਕਰਿਓ ਦੀਦਾਰ। ਫਿਰ ਉਹ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ, ਹੇ ਗੁਰੂ ਜੀ ਸੁਣੋ ਜੀ, ਤੁਸੀਂ ਬਹੁਤ ਵੱਡੇ ਦਿਲ ਵਾਲੇ ਹੋ। ਭਾਵੇਂ ਆਪ ਜੀ ਦੀ ਉਮਰ ਛੋਟੀ ਹੈ, ਪਰ ਤੁਹਾਡਾ ਜਿਹੜਾ ਦਿਲ ਆ ਬੜਾ ਹੀ ਵੱਡਾ, ਤੁਸੀਂ ਵੱਡੇ ਉਦਾਰ ਚਿੱਤ ਹੋ। ਨਿਬ ਕੀ ਇੱਕ ਹਕਾਰ ਨ ਕਰੇ ਚਾਹਤ ਤੁਮਰੇ ਕਰਿਓ ਦਦਾਰ। ਕਹਿੰਦੇ ਰਾਜਾ ਦਾ ਜਿਹੜਾ ਬੁਲਾਉਣ ਦਾ ਕੰਮ ਆ ਉਹ ਕੇਵਲ ਇੱਕੋ ਹੀ ਹੈ, ਉਹ ਕੇਵਲ ਤੇ ਕੇਵਲ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ ਸਾਹਿਬ ਜੀ। ਉਨ ਰਾਵਰ ਕੋ ਰਹਿ ਅਨਸਾਰੀ ਨੈ ਕੈਸਿਓ ਹੋਵੇਗਾ ਤਕਰਾਰੇ। ਇਹ ਜਿਹੜਾ ਰਾਜਾ ਜੈ ਸਿੰਘ ਹੈ ਨਾ, ਇਹ ਸਦਾ ਹੀ ਆਪ ਜੀ ਦੀ ਆਗਿਆ ਦੇ ਵਿੱਚ ਰਹੇਗਾ, ਕਦੇ ਵੀ ਕਿਸੇ ਪ੍ਰਕਾਰ ਦਾ ਝਗੜਾ ਤਕਰਾਰ ਨਹੀਂ ਕਰੇਗਾ ਜੀ। ਇਹ ਤੋਂ ਪ੍ਰਥਮ ਮਤੇ ਤਿਸ ਕੇਰਾ ਮਨ ਕਰ ਲਖੋ ਆਪਣੋ ਚੇਰਾ। ਇਹ ਉਸ ਦਾ ਪਹਿਲਾ ਮਤ ਹੈ, ਉਸ ਨੂੰ ਮਨ ਕਰਕੇ ਆਪਣਾ ਜਿਹੜਾ ਸੇਵਕ ਸਮਝਣਾ ਕਰੋ ਜੀ। ਲਿਖ ਪਠਿਓ ਅਬ ਕਹੈ ਤੁਮਾਰੇ ਦ੍ਰਿੜ ਮਤ ਹੋਏ ਹੈ ਜਥਾ ਉਚਾਰੇ। ਹੁਣ ਤੁਹਾਡੇ ਕਹਿਣ ਤੇ ਲਿਖ ਕੇ ਭੇਜਾਂਗਾ, ਜਿਵੇਂ ਤੁਸੀਂ ਦ੍ਰਿੜ ਮਤ ਹੋ ਕੇ ਉਚਾਰਨ ਕੀਤਾ ਹੈ। ਸਰਦਾਲੂ ਪੂਬਤ ਕਹੁ ਜਾਨੋ ਹਿਤ ਕਰਤਾ ਨਿਤ ਬੁੱਧ ਮਤ ਮਾਨੋ। ਗੁਰੂ ਹਰਿਕ੍ਰਿਸ਼ਨ ਜੀ, ਉਹ ਰਾਜਾ ਜੈ ਸਿੰਘ ਜਿਹੜਾ ਹੈ ਨਾ, ਮੈਂ ਉਹਦਾ ਸਲਾਹਕਾਰ ਹਾਂ। ਤੁਸੀਂ ਉਸ ਰਾਜੇ ਨੂੰ ਆਪਣਾ ਸ਼ਰਧਾਲੂ ਜਾਣੋ ਜੀ। ਉਹ ਬਹੁਤ ਤੁਹਾਡੇ ਨਾਲ ਪਿਆਰ ਕਰਦਾ ਹੈ, ਤੇ ਉਹਨੂੰ ਬੁੱਧੀਮਾਨ ਵੀ ਜਾਣੋ। ਕੋਈ ਤਰ੍ਹਾਂ ਦਾ ਵੀ ਕਲ ਕਲੇਸ਼ ਨਹੀਂ ਪੈਣ ਦੇਵੇਗਾ। ਐਮ ਸਤਿਗੁਰ ਕੀ ਮਰਜ਼ੀ ਲਿਖ ਕੇ ਪਠਿਓ ਵਰਤਾਂਤ ਸਕਲ ਹੀ ਲਿਖ ਕੇ। ਐਵੇਂ ਫਿਰ ਉਹ ਦੂਤ ਨੇ ਸਤਿਗੁਰੂ ਮਹਾਰਾਜ ਦੀ ਮਰਜ਼ੀ ਜਿਹੜੀ ਸੀ ਸਮਝ ਕੇ ਨਾ, ਸਾਰਾ ਬਿਰਤਾਂਤ ਜਿਵੇਂ ਜਿਵੇਂ ਗੁਰੂ ਜੀ ਨੇ ਆਖਿਆ ਸੀ ਲਿਖੋ, ਕਿ ਮੈਂ ਦਿੱਲੀ ਆਵਾਂਗਾ, ਸੰਗਤਾਂ ਨੂੰ ਵੀ ਦਰਸ਼ਨ ਦੇਵਾਂਗਾ, ਰਾਜਾ ਜੈ ਸਿੰਘ ਜੀ ਤੁਹਾਨੂੰ ਵੀ ਮਿਲਾਂਗਾ, ਤੇ ਪਰ ਮੈਂ ਕਦੇ ਵੀ ਬਾਦਸ਼ਾਹ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ। ਇਹ ਸਾਰੀ ਗੱਲ ਜਿਹੜੀ ਸੀ ਇੱਕ ਚਿੱਠੀ ਵਿੱਚ ਲਿਖੀ ਗਈ, ਭੇਜੀ ਗਈ ਹੈ। ਤੁਮਰੇ ਪ੍ਰੇਮ ਜਾਨ ਭੇ ਤਿਆਰ ਮਿਲੋ ਇਨੇ ਜਬ ਨਹਿ ਰੰਸਾਰ। ਚਿੱਠੀ ਵਿੱਚ ਲਿਖਿਆ ਕਿ ਤੁਹਾਡਾ ਪ੍ਰੇਮ ਜਾਣ ਕੇ ਗੁਰੂ ਹਰਿਕ੍ਰਿਸ਼ਨ ਜੀ ਤਿਆਰ ਹੋ ਗਏ ਨੇ ਦਿੱਲੀ ਆਉਣ ਨੂੰ। ਰਾਜਾ ਜੈ ਸਿੰਘ ਜੀ, ਜਦੋਂ ਇਹਨਾਂ ਨੂੰ ਮਿਲੋ ਨਾ, ਤੇ ਸਦਾ ਹੀ ਇਹਨਾਂ ਦੀ ਆਗਿਆ ਦੇ ਅਨੁਸਾਰ ਰਹਿਣਾ ਕਰੋ ਜੀ। ਜਿਉ ਮਨ ਹੋਤ ਸੋ ਮੁਖ ਤੇ ਕਹੀਐ, ਜੋ ਮੁਖ ਕਹਿ ਸੋ ਮਨ ਸਥਿਰ ਰਹੀਐ। ਜਿਵੇਂ ਮਨ ਹੋਵੇ ਉਸ ਤਰ੍ਹਾਂ ਮੁਖ ਤੋਂ ਕਹੋ, ਜੋ ਮੁਖ ਤੋਂ ਕਹੋ ਮਨ ਵਿੱਚ ਉਹਦੇ ਉੱਪਰ ਸਥਿਤ ਰਹੋ ਜੀ ਸਦਾ ਹੀ। ਸਭ ਕਟ ਕਟ ਕੇ ਜਾਣ ਨਹਾਰੇ, ਹੀਰੇ ਕਪਟ ਤੋਂ ਸਰਾਪ ਉਚਾਰੇ। ਇਹ ਗੁਰੂ ਅੰਤਰਜਾਮੀ ਹਨ, ਸਦਾ ਹੀ ਦਿਲਾਂ ਦੀਆਂ ਜਾਣਦੇ ਨੇ। ਇਸ ਕਰਕੇ ਜਿਹੜੇ ਇਦਾਂ ਕਹਿੰਦੇ ਨੇ ਕਿ ਗੁਰੂ ਸਾਹਿਬ ਨੂੰ ਕੁਝ ਪਤਾ ਨਹੀਂ ਲੱਗਣਾ, ਉਹਨਾਂ ਦੇ ਦਿਲ ਅੰਦਰ ਕਪਟ ਪੈਦਾ ਹੋ ਜਾਂਦਾ ਹੈ। ਫਿਰ ਆਪਣੋ ਭਲੋ ਜਾਣੀਏ ਜੈਸੇ, ਜਿਵੇਂ ਜਿਵੇਂ ਆਪਣਾ ਭਲਾ ਜਾਣੋ ਨਾ, ਉਸੇ ਤਰ੍ਹਾਂ ਦਾ ਹੀ ਵਰਤਾਵਾ ਕਰਿਓ ਗੁਰੂ ਜੀ ਦੇ ਨਾਲ। ਗੁਰੂ ਸਾਹਿਬ ਜੀ ਭਾਵੇਂ ਬਾਲੜੇ ਪ੍ਰੀਤਮ ਹਨ, ਛੋਟੀ ਉਮਰ ਹੈ ਇਹਨਾਂ ਦੀ,
ਪਰ ਇਨਸਾਨ ਦੇ ਦਿਲ ਵਿੱਚ ਕੀ ਚੱਲ ਰਿਹਾ ਇਹ ਸਾਰੀ ਖਬਰ ਇਹਨਾਂ ਕੋਲ ਹੁੰਦੀ ਹੈ। ਇਨਕੇ ਸਾਥ ਵਰਤਾਈਏ ਤੈਸੇ ਸੌ ਨਿਕਟ ਜੋ ਤੁਮ ਪ੍ਰਾਨ ਠਾਨਾ ਲਿਆਵਨ ਸ੍ਰੀ ਗੁਰ ਕੈ ਸਥਾਨਾ। ਇਸ ਕਰਕੇ ਬਾਦਸ਼ਾਹ ਨਾਲ ਤੁਸੀਂ ਇੱਕ ਵਾਅਦਾ ਕੀਤਾ ਹੈ ਕਿ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਬੁਲਾਉਣ ਤੋਂ ਬਾਅਦ ਮੈਂ ਤੁਹਾਡੇ ਕੋਲ ਲੈ ਕੇ ਆਵਾਂਗਾ। ਇਹ ਤੁਸੀਂ ਆਖਿਆ ਹੈ, ਜੋ ਵੀ ਆਖਿਆ ਹੈ। ਤੋਏ ਭਾਗ ਤੇ ਪੂਰਨ ਭਇਓ ਕੋ ਦਿਨ ਮੇ ਪਹੁੰਚਿਓ ਸੰਗ ਲਿਓ। ਕਹਿੰਦੇ ਉਹ ਤੁਹਾਡੇ ਭਾਗਾਂ ਕਾਰਨੋਂ ਪੂਰਾ ਹੋਇਆ ਹੈ। ਕੁਝ ਦਿਨਾਂ ਵਿੱਚ ਗੁਰੂ ਸਾਹਿਬ ਜੀ ਪਹੁੰਚ ਜਾਣਗੇ ਤੁਹਾਡੇ ਕੋਲ ਦਿੱਲੀ। ਮੈਂ ਆਪਣੇ ਨਾਲ ਹੀ ਲੈ ਕੇ ਆ ਰਿਹਾ ਹਾਂ। ਇਤਿਆਤ ਕਲਕ ਭੇਜੋ ਨਿਰਪ ਪਾਹੇ ਪਟ ਕਰ ਹਰਖ ਭਇਓ ਅਤ ਔਰ ਮਾਹੇ। ਇਤਿਆਦਿਕ ਰਾਜੇ ਦੇ ਪਾਸ ਲੈ ਕੇ ਭੇਜ ਦਿੱਤਾ ਉਹ ਪਰਵਾਨਾ ਚਿੱਠੀ ਜਿਹੜਾ ਪੱਤਰ ਸੀ ਭੇਜ ਕੇ। ਹਿਰਦੇ ਵਿੱਚ ਉਹ ਦੂਤ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ। ਜਬ ਕੋ ਪਠਿਓ ਹੋ ਕਾਰਨ ਗੁਰ ਕੇ ਮਿਟਿਓ ਨਾ ਫਿਕਰ ਊਪ ਕੋ ਔਰ ਕੋ। ਜਦ ਦਾ ਪ੍ਰਧਾਨ ਨੂੰ ਗੁਰੂ ਜੀ ਨੂੰ ਬੁਲਾਉਣ ਵਾਸਤੇ ਭੇਜਿਆ ਹੈ, ਉਹ ਜਿਹੜਾ ਸਲਾਹਕਾਰ ਸੀ ਤੇ ਰਾਜੇ ਦੇ ਦਿਲ ਦਾ ਫਿਕਰ ਖਤਮ ਨਹੀਂ ਹੋਇਆ ਸੀ। ਉਸ ਵਕਤ ਨਿਸ਼ਚੇ ਜਾਣਿਓ ਆਵੇ। ਹਾਂ, ਜਦ ਇਹ ਨਿਸ਼ਚੇ ਵਿੱਚ ਜਾਣਿਆ ਨਾ ਕਿ ਵਾਕਈ ਗੁਰੂ ਜੀ ਇੱਥੇ ਆ ਰਹੇ ਨੇ। ਜਨ ਜਲ ਮਿਲਿਓ ਚਾਹਤ ਤਰ ਮਹਾ। ਜਨ ਜਲ ਮਿਲਿਓ ਚਹਿਤ ਤਰ ਮਹਾ। ਜਿਵੇਂ ਕਿ ਜਲ ਦੇ ਪਿਆਸੇ ਦਰਖਤ ਨੂੰ ਪਾਣੀ ਮਿਲ ਜਾਂਦਾ ਹੈ, ਇੱਦਾਂ ਹੀ ਰਾਜਾ ਜੈ ਸਿੰਘ ਖੁਸ਼ ਹੋ ਗਿਆ। ਜਿਵੇਂ ਕਿ ਕੋਈ ਮੁਰਝਾਇਆ ਹੋਇਆ ਪੌਦਾ ਹੋਵੇ, ਉਹਨੂੰ ਪਾਣੀ ਪਾ ਦਈਏ ਤੇ ਉਹ ਖਿੜ ਉੱਠਦਾ ਨਾ ਪਾਣੀ ਦੇ ਨਾਲ ਸਮਾਂ ਪਾ ਕੇ। ਇੱਦਾਂ ਹੀ ਰਾਜਾ ਜੈ ਸਿੰਘ ਗੁਰੂ ਜੀ ਦੇ ਦਰਸ਼ਨਾਂ ਦਾ ਜਦੋਂ ਪਤਾ ਲੱਗਾ ਕਿ ਗੁਰੂ ਜੀ ਆ ਰਹੇ ਨੇ, ਬਹੁਤ ਜ਼ਿਆਦਾ ਚਿੱਤ ਵਿੱਚ ਖੁਸ਼ ਹੋ ਗਿਆ ਹੈ ਸੁਣ ਕੇ। ਆਦਿਕ ਤਿਹਾਵਲ ਕੋ ਬਣਵਾਏ ਕਰ ਅਰਦਾਸ ਦੀਨ ਵੰਡਵਾਏ। ਫਿਰ ਰਾਜੇ ਨੇ ਕੀ ਕੀਤਾ, ਕੜਾਹ ਪ੍ਰਸ਼ਾਦ ਤਿਆਰ ਕਰਵਾਇਆ। ਇਸ ਖੁਸ਼ੀ ਦੇ ਵਿੱਚ ਅਰਦਾਸ ਕਰਕੇ ਸਾਰਿਆਂ ਵਿੱਚ ਵੰਡਣਾ ਕੀਤਾ। ਬਦੀ ਲਾਲ ਸਾਹੀਰ ਨਕੇਰੀ ਮਿਲੇ ਨੀਰ ਜਨ ਲਤਾ ਬਡੇਰੀ। ਉਹ ਦਰਸ਼ਨ ਕਰਨ ਦੀ ਅਭਿਲਾਸ਼ਾ ਇਉਂ ਬਹੁਤ ਵੱਧ ਗਈ ਆ, ਜਿਵੇਂ ਵੱਡੀ ਵੇਲ ਨੂੰ ਪਾਣੀ ਆ ਕੇ ਮਿਲ ਜਾਂਦਾ ਹੈ। ਇਸ ਪ੍ਰਕਾਰ ਫਿਰ ਖੁਸ਼ੀ ਬੜੀ ਹੋਈ, ਜਿਵੇਂ ਮੋਰ ਨੂੰ ਬੱਦਲਾਂ ਨੂੰ ਵੇਖ ਕੇ ਮੋਰ ਖੁਸ਼ ਹੁੰਦਾ। ਮੱਛੀ ਜਿਹੜੀ ਆ ਪਾਣੀ ਵਿੱਚ ਜਿਹੜੀ ਖੁਸ਼ ਰਹਿੰਦੀ ਆ। ਇਸ ਕਰਕੇ ਇਹ ਇੰਨੀ ਪ੍ਰੀਤ ਸੀ। ਵਾਕਈ ਗੁਰੂ ਜੀ ਦਿੱਲੀ ਪਹੁੰਚ ਰਹੇ ਨੇ। ਇਹ ਜਦੋਂ ਸੁਣਿਆ ਨਾ, ਰਾਜਾ ਜੈ ਸਿੰਘ ਬੜਾ ਪ੍ਰਸੰਨ ਹੋ ਗਿਆ। ਕਰਤ ਪ੍ਰਤਿਖਿਆਨ ਕਬ ਪੁਰ ਆਵੈ ਬਾਰ ਬਾਰ ਲਿਖ ਪੱਤਰ ਪਠਾਵੈ। ਹੁਣ ਉਡੀਕ ਹੋਰ ਵੀ ਵੱਧ ਗਈ ਕਿ ਗੁਰੂ ਮਹਾਰਾਜ ਆਉਣਗੇ ਸਾਡੀ ਨਗਰੀ ਵਿੱਚ। ਬਾਰ-ਬਾਰ ਪੱਤਰ ਲੈ ਕੇ ਭੇਜਦੇ ਹਨ। ਜਦੋਂ ਬਿਨੈ ਲਿਖੀ ਪਹੁੰਚੇ ਗੁਰ ਪਾਸ ਅਦਕ ਵਧਾਵੈ ਪ੍ਰੇਮ ਪ੍ਰਕਾਸ਼। ਪ੍ਰੇਮ ਭਰੀਆਂ ਚਿੱਠੀਆਂ ਲੈ ਕੇ ਗੁਰੂ ਜੀ ਦੇ ਪਾਸ ਜਦੋਂ ਭੇਜੀਆਂ ਹਨ, ਦਿਲ ਦੇ ਅੰਦਰ ਬਹੁਤ ਪਿਆਰ ਦਾ ਜਿਹੜਾ ਸੀ ਪੌਦਾ, ਉਹ ਦਰਖਤ ਬਣ ਗਿਆ। ਪ੍ਰੇਮ ਵੱਧਦਾ ਗਿਆ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਲ। ਨਿਰਭ ਕੋ ਦੂਤ ਨਿਤ ਨਿਤ ਜਾਏ ਚੱਲਣ ਹਿਤ ਅਰਦਾਸ ਕਰਾਏ। ਰਾਜੇ ਦਾ ਜਿਹੜਾ ਦੂਤ ਸੀ ਨਾ, ਉਹ ਗੁਰੂ ਜੀ ਦੇ ਪਾਸ ਜਾਂਦਾ ਸੀ, ਚੱਲਣ ਦੇ ਬਾਰੇ ਵਿੱਚ ਬੇਨਤੀ ਕਰਦਾ ਹੁੰਦਾ ਸੀ। ਅਨਕ ਪ੍ਰਕਾਰ ਨ ਕਹਿ ਬੈਨ ਕਰੋ ਕਿਰਪਾ ਸਤਿਗੁਰ ਸੁਖ ਦੇਨ। ਅਨੇਕਾਂ ਪ੍ਰਕਾਰ ਦੇ ਬਚਨ ਕਰਕੇ ਕਹਿੰਦਾ ਹੁੰਦਾ ਸੀ, ਹੇ ਸੁੱਖਾਂ ਦੇ ਦਾਤੇ ਸਤਿਗੁਰੂ ਜੀ, ਕਿਰਪਾ ਕਰੋ ਜੀ ਸਾਡੇ ਉੱਪਰ। ਸਭ ਸਵਾਰੀ ਹਜੂਰ ਕਰੀ ਰੁਚਰ ਪਾਲ ਕੀ ਨਗਨ ਜਰੀ। ਸਾਰੀਆਂ ਜਿਹੜੀਆਂ ਅਸਵਾਰੀਆਂ ਹਨ ਨਾ, ਉਹ ਹਾਜ਼ਰ ਕਰ ਦਿੱਤੀਆਂ ਗਈਆਂ ਹਨ। ਇੱਕ ਸੋਹਣੀ ਪਾਲਕੀ ਲੈ ਕੇ ਆਏ ਹਾਂ, ਜਿਹੜੀ ਕਿ ਸੁੰਦਰ ਨਗਾਂ ਦੇ ਨਾਲ ਜੜੀ ਹੋਈ ਹੈ।
ਸੀਸਤ ਹੈ ਕਹਾਰ ਜਿਸ ਲਾਗੈ ਚਲੇ ਉਠਾਏ ਜਹੇ ਤਾਂ ਜਨ ਭਾਗੈ। ਇਵੇਂ ਜਿਹੜੇ ਕਹਾਰ ਨੇ ਪਾਲਕੀ ਨੂੰ ਫੜ ਕੇ ਚੱਲਣ ਵਾਲੇ, ਉਹ ਵੀ ਬੜੇ ਮਾਹਰ ਨੇ ਇਸ ਕੰਮ ਦੇ ਵਿੱਚ। ਇਉਂ ਪਾਲਕੀ ਉਠਾ ਕੇ ਚੱਲਦੇ ਨੇ, ਮਾਨੋ ਭੱਜੇ ਜਾਂਦੇ ਨੇ, ਸੋਹਣੇ ਬੜੇ ਲੱਗਦੇ। ਉਹਨਾਂ ਨੂੰ ਪਾਲਕੀ ਸਾਹਿਬ ਚੁੱਕਣ ਦਾ ਢੰਗ ਹੈ, ਸਿੱਖੇ ਹੋਏ ਕਹਾਰ ਹਨ। ਸੁੰਦਰ ਸਦਨ ਸਲਕ ਸੁਹਾਵਨ ਮਲ ਮਖ ਮਲ ਕੇ ਉਸਰ ਕਿਆ ਪਾਵਨ। ਤੇ ਸੁੰਦਰ ਸੁੰਦਰ ਰਥ ਨੇ, ਉਹ ਵੀ ਲੈ ਕੇ ਆਂਦੇ ਨੇ, ਜਿਹੜੇ ਬੜੇ ਹੀ ਸੋਹਣੇ ਲੱਗ ਰਹੇ ਨੇ। ਉਹਨਾਂ ਰਥਾਂ ਦੇ ਉੱਤੇ ਮਖਮਲ ਸੇਜਾ ਜਿਹੜੀ ਆ, ਉਹਨਾਂ ਦੇ ਉਛਾੜ ਪਾਏ ਹੋਏ ਹਨ। ਜਰੀ ਦੋਸ਼ ਚਮਕੇ ਸਤਾਰੇ ਜਨ ਅਸਮਾਨ ਵਿਖੇ ਦੁੱਤ ਤਾਰੇ। ਇਵੇਂ ਜਰੀ ਦੋਜ ਸਿਤਾਰੇ ਚਮਕਦੇ ਨੇ, ਜਿਵੇਂ ਅਸਮਾਨ ਦੇ ਵਿੱਚ ਤਾਰੇ ਚਮਕਦੇ ਹੁੰਦੇ ਹਨ ਰਾਤ ਨੂੰ। ਚਾਰ ਚੱਕਰ ਤੇ ਸ਼ਬਦ ਗੰਭੀਰ ਜਨ ਕਨ ਘੋਖਤ ਸਹਿਤ ਸਮੀਰ। ਜਦੋਂ ਇਹ ਰਥ ਚੱਲਦੇ ਨੇ ਨਾ, ਇਹਨਾਂ ਦੇ ਪਹੀਆਂ ਦੇ ਚੱਲਣ ਦੀ ਗੰਭੀਰ ਆਵਾਜ਼ ਪੈਦਾ ਹੁੰਦੀ ਹੈ, ਜਿਵੇਂ ਹਵਾ ਦੇ ਨਾਲ ਨਾਲ ਬੱਦਲ ਗੱਜਦਾ, ਇਦਾਂ ਦੀ ਆਵਾਜ਼ ਆਉਂਦੀ ਹੈ ਚੱਕਾ ਚੱਲਦਿਆਂ ਤੋਂ। ਬਲੀ ਤਰੰਗ ਸੰਗ ਜਿਸ ਲਾਗੈ ਸਹਿਤ ਭੂਕਣ ਜਨ ਦੂਤ ਜਾਗੈ। ਇਹਨਾਂ ਰਥਾਂ ਦੇ ਅੱਗੇ ਬਹੁਤ ਜ਼ਿਆਦਾ ਸੋਹਣੇ ਨਸਲ ਦੇ ਬਲਵਾਨ ਘੋੜੇ ਜੋਤੇ ਗਏ ਨੇ ਗੁਰੂ ਜੀ ਆਪ ਜੀ ਨੂੰ ਲਿਆਉਣ ਵਾਸਤੇ। ਗਹਿਣਿਆਂ ਸਹਿਤ ਜਿਨ੍ਹਾਂ ਦੀ ਚਮਕ ਜਿਹੜੀ ਆ ਜਗਮਗ ਜਗਮਗ ਕਰ ਰਹੀ ਸੀ। ਦਿਨ ਪ੍ਰਤ ਸੰਗਤ ਦੇਸ ਵਿਦੇਸ਼ ਹੋਏ ਅਗਾਮਨ ਭੀਰ ਬਸੇਸ। ਇਵੇਂ ਗੁਰੂ ਸਾਹਿਬ ਗੁਰੂ ਹਰਿਕ੍ਰਿਸ਼ਨ ਜੀ ਕੋਲੇ ਦੇਸ਼ਾਂ ਤੋਂ ਪ੍ਰਦੇਸਾਂ ਤੋਂ ਸੰਗਤਾਂ ਆਉਂਦੀਆਂ ਨੇ, ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ। ਜਾਂ ਤੇ ਤਿਆਰ ਭੈ ਰਹਿ ਜਾਏ ਇਮ ਆਵਾਸਰ ਕਸੋ ਦਿਆ ਬਤਾਏ। ਇਵੇਂ ਫਿਰ ਇਸ ਤਰ੍ਹਾਂ ਤਿਆਰ ਹੋਏ ਰਹਿ ਜਾਂਦੇ ਨੇ। ਗੁਰੂ ਮਹਾਰਾਜ ਕਿਰਪਾ ਕਰੋ, ਕਈ ਦਿਨ ਹੁਣ ਬਤੀਤ ਹੋ ਗਏ ਨੇ, ਦਿੱਲੀ ਜਾਣਾ ਕਰੋ ਜੀ। ਨੈ ਅਵਕਾਸ਼ ਚਲਨ ਕੋ ਪਾਵੈ ਦੌਰ ਦੌਰ ਇੱਕ ਦੋਏ ਨਰ ਆਵੈ। ਇਵੇਂ ਚੱਲਣ ਦਾ ਕਹਿੰਦੇ ਮੌਕਾ ਹੀ ਨਹੀਂ ਆ ਰਿਹਾ। ਜਦੋਂ ਤਿਆਰੀਆਂ ਕਰਦੇ ਹਾਂ, ਸੰਗਤਾਂ ਆ ਜਾਂਦੀਆਂ ਨੇ ਦਰਸ਼ਨ ਕਰਨ ਲਈ। ਦੌੜ ਦੌੜ ਕੇ ਮਨੁੱਖ ਇੱਕ ਦੋ ਦੇ ਰੂਪ ਵਿੱਚ ਆਈ ਜਾਂਦੇ ਹਨ ਗੁਰੂ ਜੀ ਕੇ ਪਾਸ। ਆਈ ਆਈ ਸੋ ਕਹੇ ਅਗਾਉ ਗੁਰੂ ਸੰਗਤ ਹੈ ਸਮੁਦਾਇ। ਉਹ ਅੱਗੋਂ ਦੀ ਅੱਗੇ ਆ ਕੇ ਮੱਥਾ ਟੇਕਦੇ ਨੇ, ਗੁਰੂ ਜੀ ਕਹਿ ਕੇ ਪਿਆਰ ਦੇ ਨਾਲ ਬੁਲਾਉਂਦੇ ਨੇ। ਬਹੁਤ ਸਾਰੀ ਸੰਗਤ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਦੇ ਵਿੱਚ ਜਮ੍ਹਾਂ ਹੁੰਦੀ ਸੀ। ਹਮ 10 ਕੋਸ ਚੋਰ ਕਰ ਆਏ ਕੋ ਕਹਿ 20 ਕੋਸ ਪਰਸਾਏ। ਕੋਈ ਕਹਿੰਦਾ ਸੀ ਅਸੀਂ 10 ਕੋਹ ਛੱਡ ਕੇ ਆਏ ਹਾਂ, ਕੋਈ ਕਹਿੰਦਾ ਸੀ ਅਸੀਂ ਗੁਰੂ ਜੀ ਦੇ ਦਰਸ਼ਨ ਕਰਨ ਲਈ 20 ਕੋਹ ਤੋਂ ਚੱਲ ਕੇ ਆਏ ਹਾਂ। ਕੋਤਨ ਤੇ ਪਿੱਛੇ ਬਹੁ ਆਵਤ ਸਿੱਖ ਹਜ਼ਾਰੋਂ ਭੇਟਣ ਲਿਆਵਤ। ਕਈ ਕਹਿੰਦਾ ਸੀ, ਕਿਸੇ ਨੇ ਕਹਿਣਾ ਆ ਕੇ ਸਾਡੇ ਪਿੱਛੇ ਵੀ ਸੰਗਤਾਂ ਬਹੁਤ ਆ ਰਹੀਆਂ ਨੇ, ਉਹ ਵੀ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਨੇ। ਹਜ਼ਾਰਾਂ ਸਿੱਖ ਹਾਜ਼ਰ ਹੁੰਦੇ, ਭੇਟਾਵਾਂ ਲੈ ਕੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਮਿਲਿਆ ਕਰਦੇ ਹਨ। ਕੋ ਦੱਖਣ ਦਸਤੇ ਚਲ ਆਏ ਕੋ ਪਸਮ ਕੇ ਦਰਸ਼ਨ ਚਾਏ। ਕੋਈ ਤਾਂ ਦੱਖਣ ਦੇ ਦਿਸ਼ਾ ਵਿੱਚੋਂ ਆਉਂਦਾ ਦਰਸ਼ਨ ਲਈ, ਕੋਈ ਪੱਛਮ ਦਿਸ਼ਾ ਦੇ ਵਿੱਚੋਂ ਚੱਲ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ ਆਨੰਦ ਮਾਣਦਾ ਹੈ। ਉੱਤਰ ਪੂਰਬ ਦੇਸ਼ ਕਨੇਰੇ ਚਲ ਆਏ ਕੋ ਗਿਣੇ ਵਡੇਰੇ। ਕਵੀ ਜੀ ਕਹਿੰਦੇ ਨੇ ਉੱਤਰ ਪੂਰਬ ਦੇ ਵਿੱਚ ਬਹੁਤ ਸਾਰੇ ਦੇਸ਼ ਹਨ, ਇੰਨੀ ਕਿ ਇਹਨਾਂ ਦੀ ਗਿਣਤੀ ਹੋ ਨਹੀਂ ਨਾ ਸਕਦੀ। ਹੁਣ ਉੱਤਰ ਦਿਸ਼ਾ ਹੈ, ਪੂਰਬ ਦਿਸ਼ਾ ਹੈ, ਉਹਦੇ ਵਿੱਚ ਕਿੰਨੇ ਪਿੰਡ ਹੋਣਗੇ ਜੇ ਆਪਾਂ ਹੀ ਦੇਖੀਏ ਤਾਂ ਇੰਨੇ ਉੱਤਰ ਦਿਸ਼ਾ ਦੇ ਪਿੰਡ, ਪੂਰਬ ਦਿਸ਼ਾ ਦੇ ਪਿੰਡ ਜਾਂ ਕਈ ਦੇਸ਼, ਉਹਨਾਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ। ਕੌਣ ਇਹਨਾਂ ਦੀ ਕਵੀ ਜੀ ਕਹਿੰਦੇ ਗਿਣਤੀ ਕਰ ਸਕਦਾ ਹੈ। ਨਿਰਪਕੇ ਦੂਤ ਕਹਿਤ ਹਤ ਤਿਆਰੀ ਪਠੇ ਦੂਤ ਉਤ ਸੰਗਤ ਭਾਰੀ। ਉਹ ਜਿਹੜਾ ਰਾਜੇ ਦਾ ਭੇਜਿਆ ਦੂਤ ਸੀ ਨਾ, ਉਹਦੀ ਇਹ ਤਮੰਨਾ ਸੀ ਕਿ ਗੁਰੂ ਸਾਹਿਬ ਕੋਲ ਸੰਗਤਾਂ ਆਉਂਦੀਆਂ ਨੇ,
ਖੌਰੇ ਇੱਥੇ ਹੀ ਗੁਰੂ ਸਾਹਿਬ ਜੀ ਨੂੰ ਰੱਖ ਨਾ ਲੈਣ। ਉਹਦੇ ਦਿਲ ਵਿੱਚ ਸੀ ਕਿ ਗੁਰੂ ਸਾਹਿਬ ਕਦੋਂ ਜਾਣਗੇ ਨਾਲ, ਤਾਂ ਉਹ ਸਦਾ ਹੀ ਗੁਰੂ ਸਾਹਿਬ ਜੀ ਨੂੰ ਕਹਿੰਦਾ ਹੁੰਦਾ ਸੀ, ਗੁਰੂ ਸਾਹਿਬ ਜੀ ਤਿਆਰੀ ਕਰੋ, ਦਿੱਲੀ ਜਾਣ ਦੀ ਕਿਰਪਾ ਕਰੋ ਸਾਡੇ ਤੇ ਵੀ। ਪਠੇ ਦੂਤ ਉਦ ਸੰਗਤ ਭਾਰੀ, ਨਿਤ ਪ੍ਰਤ ਭੀਰ ਸੋ ਹੋਏ ਨਵੀਨ, ਦਰਸੈ ਦਰਸ਼ਨ ਗੁਰੂ ਪਰਵੀਨ। ਨਿਤ ਹੀ ਨਵੀਨ ਸੰਗਤ ਆਉਂਦੀ ਸੀ, ਨਵੇਂ ਨਵੇਂ ਸਿੱਖ ਆ ਕੇ ਦਰਸ਼ਨ ਕਰਦੇ ਗੁਰੂ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ। ਯਮ ਕੇ ਤਕ ਦਿਨ ਬੀਤ ਗਏ ਹੈ, ਦੂਤ ਕਹੇ ਪੁਨ ਤਿਆਰ ਭੈ ਹੈ। ਇਵੇਂ ਫਿਰ ਏਦਾਂ ਕਈ ਦਿਨ ਬੀਤ ਗਏ ਨੇ। ਜਦੋਂ ਦੂਤ ਨੇ ਆ ਕੇ ਪ੍ਰੇਮ ਦੀ ਬੇਨਤੀ ਕੀਤੀ, ਫਿਰ ਗੁਰੂ ਸਾਹਿਬ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਜਾਣ ਲਈ ਤਿਆਰੀਆਂ ਕੀਤੀਆਂ ਹਨ। ਗੁਰੂ ਨਾਨਕ ਹਿਰਦੇ ਧਿਆਈ, ਕੀਰਤਪੁਰ ਤੇ ਪੁਨ ਲਿਖਾਏ। ਕੀਰਤਪੁਰ ਸਾਹਿਬ ਛੱਡਣ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ ਹੈ ਗੁਰੂ ਹਰਿਕ੍ਰਿਸ਼ਨ ਜੀ ਨੇ। ਉਹਨਾਂ ਦਾ ਨਾਮ ਲੈ ਕੇ ਆਪਣਾ ਜਿਹੜਾ ਕਦਮ ਸੀ ਉਹ ਦਿੱਲੀ ਵੱਲ ਪੁੱਟਿਆ ਤੇ ਹੌਲੀ ਹੌਲੀ ਚੱਲਦੇ ਚੱਲਦੇ ਕੀਰਤਪੁਰ ਦੀ ਧਰਤੀ ਤੋਂ ਬਾਹਰ ਨਿਕਲ ਆਉਣਾ ਕੀਤਾ ਹੈ। ਸਿੱਖ ਸੇਵਕ ਚਾਲੇ ਸਮੁਦਾਇ, ਕਹਿ ਸੁਵਸਤੂ ਬ੍ਰਿੰਦ ਉਠਾਏ। ਸਿੱਖ ਸੇਵਕ ਜਿਹੜੇ ਸੀ ਸਾਰੇ ਚੱਲ ਕੇ ਆ ਗਏ ਨੇ। ਜਿਹੜੀਆਂ ਵੀ ਵਸਤਾਂ ਚਾਹੁੰਦੇ ਸਨ ਨਾ ਸਾਰੀਆਂ ਹੀ ਚੁੱਕ ਲਈਆਂ ਹਨ ਨਾਲ। ਤੰਬੂ ਗਣਕ ਨਾਥ ਸਮਿਆਨੇ, ਲਾਦੇ ਉਸਟਰ ਭਾਰ ਸੋ ਪਿਆਨੇ। ਵੱਡੀ ਗਿਣਤੀ ਦੇ ਵਿੱਚ ਨਾ ਤੰਬੂ ਕਨਾਤਾਂ ਸ਼ਮਿਆਨੇ ਊਠਾਂ ਤੇ ਲੱਦੇ ਗਏ ਨੇ। ਇਹ ਜਿਹੜਾ ਸਾਜੋ ਸਮਾਨ ਰਾਜ ਡੇਰਾ ਕਰਨ ਲਈ ਸੀ ਊਠਾਂ ਤੇ ਲੱਦਿਆ ਗਿਆ, ਨਾਲ ਨਾਲ ਚੱਲਣਾ ਕੀਤਾ ਲੱਦ ਕੇ ਸਮਾਨ ਨੂੰ। ਉਸ ਕੋ ਜੋਨ ਗਵਨੀ ਗੁਰ ਸੰਗ, ਸ਼ਾਸਤਰ ਵਾਤਰ ਮੈਂ ਸੁਵਤ ਸਰੰਗ। ਇਵੇਂ ਫਿਰ ਕੁਝ ਸੈਨਾ ਗੁਰੂ ਮਹਾਰਾਜ ਦੇ ਨਾਲ ਗਈ ਹੈ। ਉਹਨਾਂ ਨੇ ਤਿਆਰ ਬਰ ਤਿਆਰ ਹੋਣਾ ਕੀਤਾ। ਸ਼ਸਤਰ ਬਸਤਰ ਪਹਿਨ ਕੇ ਸੋਭਾ ਪਾ ਰਹੀ ਸੀ ਇਹ ਸੈਨਾ। ਭਇਓ ਕੂਚ ਧੌਂਸਾ ਤੁੰਕਾਰਿਓ, ਬਲੀ ਤੁਰੰਗਮ ਦਲ ਸ਼ਿੰਗਾਰਿਓ। ਤੇ ਇਸ ਪ੍ਰਕਾਰ ਫਿਰ ਬਲਵਾਨ ਘੋੜਿਆਂ ਦੇ ਦਲ ਨੂੰ ਸ਼ਿੰਗਾਰਿਆ ਗਿਆ ਹੈ। ਕੂਚ ਕਰਨ ਲਈ ਧੌਂਸੇ ਵਜਾਏ ਗਏ ਹਨ। ਮਹਾਰਾਜ ਸੁਰਿਓ ਚਾਰਨ ਸਾਨ, ਚਾਲੋ ਅਗੋ ਸੁਵਤ ਮਹਾਨ। ਉਹ ਫਰਦਾ ਭਾਵ ਕੀ ਨਿਸ਼ਾਨ ਸਾਹਿਬ ਦਾ ਝੰਡਾ ਅੱਗੇ ਚੱਲ ਰਿਹਾ ਹੈ। ਸਭ ਤੋਂ ਅੱਗੇ ਅੱਗੇ ਨਿਸ਼ਾਨ ਸਾਹਿਬ ਵਾਲਾ ਝੰਡਾ ਸੋਭਾ ਪਾ ਰਿਹਾ। ਜਦੋਂ ਹਵਾ ਦੇ ਵਿੱਚ ਲਹਿਰਾਉਂਦਾ ਸੋਹਣਾ ਲੱਗਦਾ ਫੱਬਦਾ ਹੈ ਜੀ। ਉਸ਼ਾ ਕਰਤ ਕੀਰਤਪੁਰ ਚਾਲੇ, ਨੀਂਦ ਸੰਗ ਸਮਾਜ ਬਸਾਲੇ। ਏਦਾਂ ਫਿਰ 8ਵੇਂ ਗੁਰੂ ਨਾਨਕ ਜੀ ਭਾਵ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਾਬਾ ਨਾਨਕ ਜੀ ਅੱਗੇ ਅਰਦਾਸ ਕਰਕੇ ਉਹਨਾਂ ਨੂੰ ਯਾਦ ਕਰਕੇ ਕੀਰਤਪੁਰ ਸਾਹਿਬ ਖਾਲੀ ਕਰ ਦਿੱਤਾ। ਆਪਣੇ ਨਾਲ ਸਾਜੋ ਸਮਾਨ ਲੈ ਲਿਆ ਹੈ। ਨਹੀਂ ਆਵਣੋ ਪੁਣੇ ਸਥਾਨੇ, ਇੱਕ ਸਤਿਗੁਰ ਹੀ ਔਰ ਮੈਂ ਜਾਣੈ। ਫਿਰ ਇੱਥੇ ਮੁੜ ਨਹੀਂ ਆਉਣਾ ਹੋਣਾ ਕਦੇ ਵੀ। ਇਹ ਕੀਰਤਪੁਰ ਸਾਹਿਬ ਜੀ ਨੂੰ ਅੱਜ ਛੱਡ ਕੇ ਚੱਲੇ ਨੇ ਗੁਰੂ ਹਰਿਕ੍ਰਿਸ਼ਨ ਜੀ। ਕੌਣ ਜਾਣਦਾ ਸੀ ਸਤਿਗੁਰੂ ਤੋਂ ਬਿਨਾ ਕਿ ਮੁੜ ਨਹੀਂ ਮੇਲੇ ਹੋਣੇ, ਹੁਣ ਨਹੀਂ ਮਿਲਿਆ ਜਾਣਾ ਕੀਰਤਪੁਰ ਦੀ ਸੰਗਤ ਨੂੰ। ਇਹ ਕੌਣ ਜਾਣਦਾ? ਸਿਰਫ ਗੁਰੂ ਮਹਾਰਾਜ ਆਪ ਜਾਣਦੇ ਸੀ ਕਿ ਹੁਣ ਨਹੀਂ ਮੁੜਿਆ ਜਾਣਾ। ਨਹੀਂ ਆਵਣੋ ਪੁਨੇ ਸਥਾਨੇ, ਇੱਕ ਸਤਿਗੁਰ ਹੀ ਉਰ ਮੈਂ ਜਾਣੇ। ਕਿ ਹੁਣ ਦਿੱਲੀ ਦੀਆਂ ਸੰਗਤਾਂ ਦੇ ਲੇਖੇ ਵਿੱਚ ਆਪਣਾ ਜੀਵਨ ਲਾਉਣਾ ਹੈ, ਫਿਰ ਇਸ ਥਾਂ ਤੇ ਨਹੀਂ ਆਉਣਾ ਹੈ। ਆਪਣਾ ਕੌਣ ਗੁਤ ਜਾਣੈ ਗੁਰ ਕੀ, ਜਿਸ ਲਖ ਚਲੋ ਤੁਰਕ ਤਿਸ ਪੁਰ ਕੀ। ਗੁਰੂ ਸਾਹਿਬ ਦੀ ਗਤ ਨੂੰ ਕੌਣ ਜਾਣ ਸਕਦਾ ਹੈ? ਕਿਸ ਨੂੰ ਸਮਝ ਕੇ ਫਿਰ ਗੁਰੂ ਜੀ ਤੁਰਕਾਂ ਦੀ ਨਗਰੀ ਦਿੱਲੀ ਵੱਲ ਜਾਣਾ ਕੀਤਾ ਹੈ। ਨਰਪ ਕੇ ਦੂਤ ਸੰਗ ਤਬ ਚਾਲਾ, ਕੀਨਸ ਪੂਰਨ ਕਾਜ ਬਸਾਲਾ। ਰਾਜੇ ਦਾ ਜਿਹੜਾ ਭੇਜਿਆ ਦੂਤ ਸੀ ਉਹ ਬਜ਼ੁਰਗ ਸਲਾਹਕਾਰ ਅਹਿਲਕਾਰ, ਉਹ ਨਾਲ ਨਾਲ ਗੁਰੂ ਜੀ ਦੇ ਚੱਲ ਰਿਹਾ ਹੈ ਤੇ ਉਹਨੇ ਆ ਵੱਡਾ ਕਾਰਜ ਸੰਪੂਰਨ ਕੀਤਾ ਸੀ। ਇਸ ਕਰਕੇ ਉਹ ਬੜਾ ਖੁਸ਼ ਸੀ ਕਿ ਮੈਨੂੰ ਜੋ ਡਿਊਟੀ ਲਗਾਈ ਸੀ ਅੱਜ ਮੈਂ ਪੂਰੀ ਨਿਭਾ ਦਿੱਤੀ ਹੈ। ਔਰ ਮੈਂ ਹਰਖ ਭਰਿਓ ਗੁਰ ਧਿਆਵਤ,
ਪੂਰਬ ਦਿਸ਼ ਮੁਖ ਕਰ ਮਗ ਜਾਵਤ। ਇਸ ਕਰਕੇ ਹਿਰਦਾ ਉਹਦਾ ਖੁਸ਼ੀ ਨਾਲ ਇੰਨਾ ਭਰਿਆ ਉਹ ਮਨ ਦੇ ਵਿੱਚ ਗੁਰੂ ਜੀ ਨੂੰ ਯਾਦ ਕਰਦਾ ਜਾਂਦਾ। ਰਸਤੇ ਦੇ ਵਿੱਚ ਭਾਵੇਂ ਗੁਰੂ ਜੀ ਲਾਗੇ ਹੀ ਹਨ, ਉਹਦੇ ਪੂਰਬ ਵੱਲ ਮੂੰਹ ਕਰਕੇ ਗੁਰੂ ਸਾਹਿਬ ਜੀ ਦੇ ਨਾਲ ਨਾਲੇ ਦੂਤ ਵੀ ਜਾ ਰਿਹਾ ਹੈ। ਦੋਹੇਰਾ ਕੀਰਤਪੁਰ ਤੇ ਸਤਿਗੁਰੂ ਪ੍ਰਥਮ ਸਿਵਰ ਕੋ ਕੀਨਾ। ਇਵੇਂ ਫਿਰ ਕੀਰਤਪੁਰ ਸਾਹਿਬ ਤੋਂ ਚੱਲ ਕੇ ਫਿਰ ਗੁਰੂ ਸਾਹਿਬ ਜੀ ਨੇ ਆਪਣਾ ਪਹਿਲਾ ਡੇਰਾ ਕੀਤਾ ਹੈ। ਦਿੱਲੀ ਦੀ ਵਾੜ ਦੂਰ ਹੋਣ ਕਰਕੇ ਰਸਤੇ ਵਿੱਚ ਨਾਲ ਸੈਨਿਕ ਨੇ ਤੇ ਨਾਲ ਕੁਝ ਸਿਪਾਹੀ ਨੇ, ਹੋਰ ਵੀ ਸਾਜੋ ਸਮਾਨ ਆ, ਜਿਹਦੇ ਕਰਕੇ ਪਹਿਲਾ ਡੇਰਾ ਕਰਨਾ ਚਾਹਿਆ ਹੈ ਆਪ ਜੀ ਨੇ। ਨਿਸਾ ਬਸੇ ਬਸਰਾਮ ਕੇ ਪੁਨ ਪ੍ਰਭਾਤ ਕੋ ਚੀਨਾ। ਐਵੇਂ ਫਿਰ ਰਾਤ ਨੂੰ ਉੱਥੇ ਰੁਕਣਾ ਕੀਤਾ, ਜਗ੍ਹਾ ਦੇਖ ਕੇ ਕੋਈ ਚੰਗੀ ਵਿਸ਼ਰਾਮ ਕੀਤਾ। ਫਿਰ ਸਵੇਰ ਨੂੰ ਜਦੋਂ ਪ੍ਰਭਾਤ ਹੋਈ ਆ, ਦੇਖਿਆ ਹੈ ਸਾਹਿਬ ਜੀ ਨੇ। ਚੌਪਈ ਚਲਵੇ ਕਹਾਂ ਤਿਆਰ ਜਬ ਭਰੈ ਲੰਮੇ ਦੇਸ਼ਨ ਕੋ ਸਿਖਾਏ। ਜਦੋਂ ਚੱਲਣ ਦੀਆਂ ਤਿਆਰੀਆਂ ਕੀਤੀਆਂ ਨੇ ਤਾਂ ਰਸਤੇ ਦੇ ਵਿੱਚ ਲੰਮੇ ਦੇਸ਼ਾਂ ਤੋਂ ਕੁਝ ਸਿੱਖ ਚੱਲ ਕੇ ਆਏ। ਕਹਿੰਦੇ ਅਸੀਂ ਵੀ ਗੁਰੂ ਜੀ ਦੇ ਦੀਦਾਰ ਕਰਨੇ, ਆਓ ਪਿਆਰਿਓ ਦੀ ਦਰਸ਼ਨ ਕਰੀਏ ਗੁਰੂ ਜੀ ਦੇ। ਹੁਣ ਮਸਤਕ ਟੇਕਤ ਅਰਜ ਗੁਜਾਰੀ ਗੁਰੂ ਜੀ ਸੰਗਤ ਆਵਤ ਭਾਰੀ। ਕਹਿਣ ਲੱਗੇ ਗੁਰੂ ਜੀ ਅਸੀਂ ਤਾਂ ਮੱਥਾ ਟੇਕਣਾ ਸੀ, ਇਹ ਲਾਲਸਾ ਸੀ ਸਾਡੇ ਅੰਦਰ। ਮੱਥਾ ਟੇਕ ਕੇ ਬੇਨਤੀ ਕੀਤੀ। ਕਹਿੰਦੇ ਪਿੱਛੇ ਵੀ ਬਹੁਤ ਸੰਗਤਾਂ ਇੱਕ ਦੂਜੇ ਤੋਂ ਸੁਣ ਕੇ ਜਿਵੇਂ ਪਤਾ ਲੱਗੀ ਜਾਂਦਾ ਸੀ ਕਿ ਗੁਰੂ ਸਾਹਿਬ ਜੀ ਕੀਰਤਪੁਰ ਤੋਂ ਬਾਹਰ ਆ ਚੁੱਕੇ ਨੇ। ਜਿਹੜੇ ਪਿੰਡਾਂ ਦੇ ਲਾਗੇ ਪਹੁੰਚਣਾ, ਉਹਨਾਂ ਇਕੱਠੇ ਹੋ ਕੇ ਆ ਕੇ ਬੇਨਤੀਆਂ ਕਰਨੀਆਂ, ਦਰਸ਼ਨ ਕਰਨੇ ਹੁੰਦੇ ਹਨ। ਦਰਸ਼ਨ ਪ੍ਰਭ ਸਿੱਖ ਜੇ ਕਰ ਜਾਤੇ ਤਨੋ ਸੁਨਾਵਣ ਕੀਨੀ ਬਾਤੋ। ਜਿਹੜੇ ਦਰਸ਼ਨ ਕਰਦੇ ਨੇ ਗੁਰੂ ਜੀ ਦੇ, ਉਹ ਫਿਰ ਦਰਸ਼ਨ ਕਰਕੇ ਆਪਣੇ ਘਰਾਂ ਨੂੰ ਜਾਂਦੇ ਨੇ। ਘਰ ਦੇ ਵਿੱਚ ਜਿਹੜੇ ਉਹਨਾਂ ਦੇ ਮੈਂਬਰ ਹੁੰਦੇ ਨੇ, ਪਰਿਵਾਰ ਦੇ ਜੀ ਹੁੰਦੇ ਨੇ, ਉਹਨਾਂ ਸਾਰਿਆਂ ਨੂੰ ਕਹਿੰਦੇ ਹਨ, ਸੁਣਾਉਂਦੇ ਹਨ। ਸਤਿਗੁਰੂ ਹੈ ਤਿਆਰ ਔਰ ਜਾਣੇ ਸੁਣ ਕਰ ਮਾਰਗ ਅਦਕ ਪਿਆਨੇ। ਕਹਿੰਦੇ ਸੀ ਗੁਰੂ ਮਹਾਰਾਜ ਨੇ ਹੁਣ ਤਿਆਰੀਆਂ ਕਰ ਲੀਆਂ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਜਾਣ ਵਾਸਤੇ। ਇਹ ਸੁਣ ਕੇ ਸੰਗਤਾਂ ਅੱਗੇ ਦੀ ਅੱਗੇ, ਜਿਵੇਂ ਇੱਕ ਪਿੰਡ ਤੋਂ ਅਗਲੇ ਪਿੰਡ ਖਬਰ ਪਹੁੰਚ ਰਹੀ ਆ, ਤਾਂ ਉਹ ਰਸਤਿਆਂ ਦੇ ਆ ਕੇ ਖੜ ਗਈਆਂ ਨੇ ਕਿ ਗੁਰੂ ਸਾਹਿਬ ਜੀ ਇੱਥੋਂ ਦੀ ਲੰਘਣਗੇ ਤੇ ਗੁਰੂ ਸਾਹਿਬ ਜੀ ਇੱਧਰ ਦੀ ਆਉਣਗੇ। ਤਾਂ ਉਹਨਾਂ ਬੇਸਬਰੀ ਨਾਲ ਉਡੀਕਣਾ ਚਾਹਿਆ ਹੈ। ਫਿਰ ਸੋ ਮਤ ਭਏ ਜਾਂ ਗਮਣਿਓ ਜਾਈ, ਬਹੁਤ ਥੱਕ ਗਏ। ਫਿਰ ਹੌਲੀ ਜਿਹੜੇ ਸਿੱਖ ਆਉਂਦੇ ਸੀ, ਕਹਿੰਦੇ ਸੀ ਕਿਵੇਂ ਪਹੁੰਚਿਆ ਜਾਵੇ, ਦਰਸ ਲਾਲਸਾ ਹਿਰਦੈ ਵਧਾਈ। ਹੁਣ ਸਰੀਰ ਥੱਕ ਗਿਆ ਚੱਲਦਿਆਂ ਦਾ ਕਿ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੀਏ, ਪਰ ਮਨ ਹਜੇ ਵੀ ਚਾਹੁੰਦਾ ਛੇਤੀ ਜਾਈਏ, ਪਰ ਸਰੀਰ ਨਹੀਂ ਉਹਨਾਂ ਦਾ ਸਾਥ ਦਿੰਦਾ। ਇਸ ਪ੍ਰਕਾਰ ਦਰਸ਼ਨਾਂ ਦੀ ਲਾਲਸਾ ਬੜੀ ਮਨ ਦੇ ਅੰਦਰ ਵਧੀ ਹੈ। ਜਦੋਂ ਇਸਤਰੀ ਪੁਰਖ ਪੈਰਤ ਗਨ ਬਾਲ ਆਵਨ ਚਲੇ ਸਮਰਤ ਬਸਾਲ। ਜਿਹੜੀਆਂ ਸਿੱਖ ਬੀਬੀਆਂ ਨੇ ਉਹ ਆਪਣੇ ਨਿਆਣਿਆਂ ਨੂੰ, ਬੱਚਿਆਂ ਨੂੰ ਨਾਲ ਉਂਗਲੀ ਫੜ ਕੇ ਲਿਆ ਰਹੀਆਂ ਨੇ, ਕੁਝ ਗੋਦੀ ਚੱਕੀ ਆ ਰਹੀਆਂ ਨੇ। ਉਹ ਭਾਵੇਂ ਬੜੇ ਥੱਕੇ ਹੋਏ ਨੇ, ਕਵੀ ਜੀ ਕਹਿੰਦੇ ਆਵਤ ਚਾਲੇ ਸ਼ਰਮਤ ਵਿਸਾਲ। ਭਾਵੇਂ ਸਿੱਖ ਬੜੇ ਥੱਕੇ ਨੇ, ਪਰ ਉਹ ਫਿਰ ਵੀ ਤੁਰਦੇ ਗੁਰੂ ਜੀ ਵੱਲ ਆ ਰਹੇ ਹਨ। ਸਭ ਮਿਲ ਹਮਕੋ ਪਠਿਓ ਗਾਰੀ ਦਰਸ ਦਿਓ ਗੁਰ ਥਿਰਤਾ ਧਾਰੀ। ਫਿਰ ਸਾਰਿਆਂ ਨੇ ਮਿਲ ਕੇ ਕਹਿਣਾ, ਸਾਨੂੰ ਫਲਾਣੇ ਸਿੱਖ ਨੇ ਦੱਸਿਆ ਗੁਰੂ ਜੀ ਇੱਧਰ ਨੂੰ ਆ ਰਹੇ ਨੇ। हे ਗੁਰੂ ਜੀ ਕਿਰਪਾ ਕਰੋ, ਸਾਨੂੰ ਵੀ ਦਰਸ਼ਨ ਦੇ ਦੇਵੋ ਜੀ। ਨਿਜ ਸੰਗਤ ਪਰ ਕਰਨਾ ਕੀਜੈ ਮਗ ਬਸਾਲ ਆਏ ਲਖ ਲੀਜੈ। ਆਪਣੀ ਸੰਗਤ ਤੇ ਕਿਰਪਾ ਕਰੋ, ਬੜਾ ਲੰਮਾ ਪੈਂਡਾ ਤੈਅ ਕਰਕੇ ਆਏ ਹਾਂ, ਇਸ ਕਰਕੇ ਨਾਲ ਆਪਣੇ ਬੱਚਿਆਂ ਨੂੰ ਲਿਆਏ ਹਾਂ। ਇਹ ਵੀ ਗੁਰੂ ਮਹਾਰਾਜ ਜਾਣਨਾ ਕਰੋ ਜੀ। ਚਾਲ ਤੋ ਮਿਲੋ ਜੈ ਨਹੀਂ ਕਿਉ ਹੈ, ਉਤਲਾਬਤ ਚਾਲ ਤਮਗ ਜਿਉ ਹੈ। ਕਹਿੰਦੇ ਚੱਲਦਿਆਂ ਇਦਾਂ ਮਿਲਿਆ ਨਹੀਂ ਜਾਣਾ, ਬਾਟ ਬਹੁਤ ਜ਼ਿਆਦਾ ਹੈ।
ਕਹਿੰਦੇ ਭਾਵੇਂ ਕਿੰਨਾ ਹੀ ਤੇਜ਼ ਤੁਰ ਲਈਏ, ਇੱਕ ਅੰਦਾਜ਼ਾ ਹੁੰਦਾ ਹੈ ਪਾਂਧੀ ਨੂੰ ਕਿ ਇਤਨੇ ਸਮੇਂ ਦੇ ਵਿੱਚ ਮੈਂ ਇਤਨੀ ਵਾਟ ਚੱਲ ਸਕਦਾ ਹਾਂ, ਤਾਂ ਉਹ ਕਹਿੰਦੇ ਨੇ ਕਿ ਅਸੀਂ ਭਾਵੇਂ ਭੱਜ ਕੇ ਪਹੁੰਚ ਜਾਈਏ ਤਾਂ ਵੀ ਨਹੀਂ ਮਿਲ ਸਕਦੇ। ਇਦਾਂ ਦੀ ਕੋਈ ਵਿਧੀ ਕਰੇ ਗੁਰੂ ਸਾਹਿਬ ਆਪ ਕਿ ਸਾਡਾ ਮਿਲਾਪ ਹੋ ਜਾਵੇ। ਹੁਣ ਸੰਗਤ ਬਖਸ਼ ਜਾਨ ਥਰ ਕਰੀਏ, ਬਿਰਧ ਸਹਾਇਕ ਸੇਵਕ ਲੋਹੀਏ। ਇਵੇਂ ਫਿਰ ਗੁਰੂ ਹਰਿਕ੍ਰਿਸ਼ਨ ਜੀ ਰਸਤਿਆਂ ਵਿੱਚ ਡੇਰੇ ਲਾਉਂਦੇ ਆਉਂਦੇ ਨੇ। ਉਹ ਬਿਨਾਂ ਰੁਕੇ ਵੀ ਚੱਲ ਸਕਦੇ ਸੀ, ਪਰ ਉਹਨਾਂ ਨੇ ਰਸਤਿਆਂ ਵਿੱਚ ਡੇਰੇ ਕਰਨ ਦਾ ਕਾਰਨ ਇਹ ਸੀ ਕਿ ਅਸੀਂ ਜਦੋਂ ਡੇਰਾ ਕਰ ਲਾਂਗੇ ਤੇ ਉਹਨੂੰ ਡੇਰਾ ਕਰਨ ਨੂੰ ਊਠਾਂ ਤੋਂ ਜਿਹੜਾ ਸਮਾਨ ਸੀ ਲੱਦਿਆ ਲਾਉਣਾ ਤੇ ਸਾਰੇ ਤੰਬੂ ਜਿਹੜੇ ਸੀ ਸ਼ਮਿਆਨੇ ਸਜਾਉਣੇ, ਇਹ ਸਭ ਨੂੰ ਬੜਾ ਸਮਾਂ ਲੱਗ ਜਾਂਦਾ। ਇੱਕ ਰਾਤ ਉੱਥੇ ਰੁਕ ਜਾਣਾ। ਉਹ ਸੰਗਤਾਂ ਜਿਹੜੀਆਂ ਤੁਰੀਆਂ ਆਉਂਦੀਆਂ ਪਿੰਡਾਂ ਤੋਂ ਨਗਰਾਂ ਤੋਂ, ਉਹਨਾਂ ਨੇ ਜਦ ਨੂੰ ਨੇੜੇ ਪਹੁੰਚ ਜਾਣਾ। ਇਹ ਗੁਰੂ ਸਾਹਿਬ ਜੀ ਜੋ ਕਰਦੇ ਨੇ ਉਹਦੇ ਪਿੱਛੇ ਕੋਈ ਨਾ ਕੋਈ ਮਨੋਰਥ ਹੁੰਦਾ ਹੈ, ਕਾਰਨ ਹੁੰਦਾ ਹੈ ਸੰਗਤ ਜੀ। ਐਵੇਂ ਨਹੀਂ ਉਹ ਡੇਰੇ ਕਰਦੇ ਜਾ ਰਹੇ। ਰੁਕਣ ਦਾ ਜਿਹੜਾ ਕਾਰਨ ਆ ਚਲਦਿਆਂ ਉਹ ਇਹੀ ਆ, ਜਿਹੜੀ ਸੰਗਤ ਘਰੋਂ ਤੁਰ ਪਈ ਆ ਉਹ ਉਦੋਂ ਤੱਕ ਪਹੁੰਚ ਜੇਗੀ, ਅਸੀਂ ਇੱਕ ਰਾਤ ਇੱਥੇ ਰੁਕ ਜਾਵਾਂਗੇ। ਇਵੇਂ ਗੁਰੂ ਹਰਿਕ੍ਰਿਸ਼ਨ ਜੀ ਦਾ ਸੁਭਾਅ ਹੈ। ਉਹਨਾਂ ਦਾ ਕਵੀ ਜੀ ਕਹਿੰਦੇ ਬਿਰਧ ਆ, ਤੇ ਬਿਰਧ ਪਛਾਣ ਕੇ ਸੇਵਕਾਂ ਨੂੰ ਦਰਸ਼ਨ ਦਿੰਦੇ ਹਨ। ਸ਼੍ਰੀ ਹਰਿਕ੍ਰਿਸ਼ਨ ਗੁਰੂ ਗਤਮ ਦਾਨੀ ਸੁਣ ਸੰਗਤ ਕੀ ਬਿਨੇ ਮਹਾਨੀ। ਇਹ ਗੁਰੂ ਹਰਿਕ੍ਰਿਸ਼ਨ ਜੀ ਮੁਕਤੀ ਦੇ ਦਾਤੇ ਨੇ। ਅਰਦਾਸ ਜਿਹੜੀ ਦਿਲ ਤੋਂ ਕੀਤੀ ਹੋਵੇ, ਭਾਵੇਂ ਘਰੇ ਬੈਠ ਕੇ ਕਰ ਦੋ, ਭਾਵੇਂ ਰਾਹ 'ਚ ਖੜ ਕੇ ਕਰ ਦੋ, ਤੁਰੇ ਆਉਂਦੇ ਕਰ ਦੋ, ਉਹ ਗੁਰੂ ਕੋਲੇ ਪਹੁੰਚ ਜੂਗੀ। ਉਹ ਜਿਹੜੇ ਭੱਜੇ ਆਉਂਦੇ ਨੇ, ਦੌੜੇ ਆਉਂਦੇ ਨੇ, ਇਸਤਰੀਆਂ ਬੀਬੀਆਂ ਆਪਣੇ ਨਿਆਣਿਆਂ ਨੂੰ ਨਾਲ ਕੁੱਛੜ ਚੁੱਕ ਕੇ ਆ ਰਹੀਆਂ, ਕਹਿੰਦੀਆਂ ਨੇ ਗੁਰੂ ਜੀ ਅਸੀਂ ਭੱਜ ਕੇ ਵੀ ਆ ਜਾਈਏ, ਮਿਲਿਆ ਨਹੀਂ ਜਾਣਾ, ਕੋਈ ਵਿਧੀ ਬਣਾਓ, ਸਾਡੀ ਬੇਨਤੀ ਨੂੰ ਸੁਣੋ ਦਾਤਾ ਜੀ। ਭਏ ਥਕਤ ਥਿਰਤਾ ਕੋ ਤਾਰੇ, ਦੇਤ ਕਾਮਨਾ ਸੰਗਤ ਪਿਆਰੇ। ਇਹ ਕਾਮਨਾ ਪੂਰਨ ਕਰਨ ਵਾਲੇ ਤੇ ਸੰਗਤ ਦੇ ਪਿਆਰੇ ਗੁਰੂ ਜੀ। ਸੰਗਤ ਥੱਕੀ ਹੋਈ ਹੈ, ਆਪ ਜੀ ਰਸਤੇ ਵਿੱਚ ਰੁਕਣਾ ਕਰੋ, ਸੰਗਤ ਇੰਨੇ ਸਮੇਂ ਵਿੱਚ ਉੱਥੇ ਪਹੁੰਚ ਜਾਵੇਗੀ। ਜਿਨਾ ਰਖਾਇਓ ਸਿਵਕ ਮੁਕਾਮ, ਬਾਲਾ ਹਾਰ ਬਲਾ ਗੁਣ ਗਨ ਧਾਮ। ਕਈ ਫਿਰ ਮਨ ਵਿੱਚ ਸੋਚੀ ਜਾਂਦੇ, ਮਹਾਰਾਜ ਡੇਰਾ ਚੁੱਕਣ ਨੂੰ ਕਿਉਂ ਨਹੀਂ ਆਖ ਰਹੇ? ਸਾਰੀ ਰਾਤ ਲੰਘ ਗਈ ਆ, ਅਗਲਾ ਵੀ ਅੱਧਾ ਦਿਨ ਹੋ ਗਿਆ, ਹੁਣ ਨੂੰ ਤਾਂ ਦਿੱਲੀ ਨੂੰ ਤੁਰ ਜਾਣਾ ਚਾਹੀਦਾ ਸੀ। ਪਰ ਅਸਲ ਗੱਲਾਂ ਨਹੀਂ ਨਾ ਸਮਝਦੇ ਜਿਹੜੇ। ਗੁਰੂ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਗੁਰੂ ਸਾਹਿਬ ਦੀ ਭਾਵੇਂ ਉਮਰ ਛੋਟੀ ਆ, ਪਰ ਗੁਣ ਤਾਂ ਬਾਬੇ ਨਾਨਕ ਵਾਲੀ ਨੇ, ਜੋਤ ਤਾਂ ਬਾਬੇ ਨਾਨਕ ਵਾਲੀ ਆ, ਸ਼੍ਰੀ ਗੁਰੂ ਨਾਨਕ ਦੇਵ ਜੀ ਵਾਲੀ ਆ। ਇਸ ਕਰਕੇ ਉੱਥੇ ਹੀ ਡੇਰਾ ਲਾਈ ਰੱਖਿਆ ਮਹਾਰਾਜ ਨੇ। ਕਿ ਕਿਹਨੂੰ ਉਡੀਕ ਰਹੇ ਸੀ? ਉਹਨਾਂ ਬੀਬੀਆਂ ਨੂੰ ਜਿਹੜੀਆਂ ਆਪਣੇ ਨਿਆਣਿਆਂ ਨੂੰ ਗੋਦੀ ਚੁੱਕ ਕੇ ਆਈਆਂ, ਭੱਜੀਆਂ ਘਰੋਂ ਕੰਮ ਛੱਡ ਕੇ। ਜਿਹੜੇ ਬਜ਼ੁਰਗ ਆ ਰਹੇ ਆ, ਜਿਹੜੇ ਸਿੱਖ ਆ ਰਹੇ ਆ, ਪ੍ਰੇਮ ਦੇ ਵਸ ਹੋ ਕੇ ਗੁਰੂ ਸਾਹਿਬ ਜੀ ਉਹਨਾਂ ਲਈ ਰੁਕੇ ਹੋਏ ਨੇ। ਛੋਟੀ ਉਮਰ ਆ ਪਰ ਗੁਣਾਂ ਦੇ ਖਾਨ ਹਨ ਸਾਹਿਬ ਜੀ। ਅਗਲੇ ਦਿਵਸ ਸੰਗਤਾਂ ਆਈ, ਤ੍ਰਿਪਤ ਧੇਨ ਜਨ ਜਲ ਹੈ ਧਾਈ। ਅਗਲੇ ਦਿਨ ਵੀ ਮਹਾਰਾਜ ਨੇ ਡੇਰਾ ਉੱਥੇ ਲਾਈ ਰੱਖਿਆ। ਫਿਰ ਸੰਗਤ ਇਉਂ ਆਈ ਆ ਜਿਵੇਂ ਕਿ ਗਾਵਾਂ ਕਈ ਦਿਨਾਂ ਦੀਆਂ ਪਿਆਸੀਆਂ ਹੋਣ, ਪਾਣੀ ਨਾ ਮਿਲਿਆ ਹੋਵੇ ਤੇ ਪਾਣੀ ਉਹਨਾਂ ਨੂੰ ਦਿਖਾ ਦੋ ਤੇ ਭੱਜੀਆਂ ਆਉਣਗੀਆਂ। ਕਵੀ ਜੀ ਨੇ ਉਦਾਹਰਨ ਦਿੱਤੀ ਹੈ, ਤਾਂ ਇੱਕ ਤ੍ਰਿਖਤ ਧੇਨ ਜਨ ਜਲ ਹਿਤ ਧਾਈ। ਧੇਨ ਕਹਿੰਦੇ ਨੇ ਗਾਂ ਨੂੰ, ਜਿਵੇਂ ਤ੍ਰਿਖਤ ਕਹਿੰਦੇ ਨੇ ਪਿਆਸੀ। ਜਿਵੇਂ ਪਿਆਸੀ ਗਾਂ ਪਾਣੀ ਨੂੰ ਦੇਖ ਕੇ ਭੱਜੀ ਆਉਂਦੀ ਆ। ਗੁਰੂ ਦੇ ਉਹ ਸਿੱਖ ਜਿਹੜੇ ਨੇ ਪਿਆਰਿਓ, ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਦੌੜੇ ਆ ਰਹੇ ਹਨ। ਬੈਠੇ ਸਤਿਗੁਰ ਲਾਏ ਦੀਵਾਨ। ਗੁਰੂ ਸਾਹਿਬ ਜੀ ਨੇ ਵੀ ਉੱਥੇ ਦੀਵਾਨ ਸਜਾ ਲਿਆ, ਹਰੀ ਦਾ ਕੀਰਤਨ ਕੀਤਾ, ਦਰਸ਼ੇ ਸੰਗਤ ਬੰਧਨ ਠਾਣ। ਸੰਗਤਾਂ ਜਿਹੜੀਆਂ ਨੇ ਬੰਧਨਾ ਕਰਕੇ ਦਰਸ਼ਨ ਕਰ ਰਹੀਆਂ ਨੇ। ਅਨ ਕੋ ਪਾਇਨ ਕੋ ਵਰ ਪਾਵੈ,
ਅਨੇਕ ਉਪਹਾਰ ਅਰਪਣ ਕਰਦੇ ਨੇ, ਹੋਏ ਠਾਡੇ ਅਰਦਾਸ ਕਰਾਵੇ। ਇਵੇਂ ਫਿਰ ਅਰਦਾਸ ਬੇਨਤੀ ਜਿਹੜੀ ਆ ਮਹਾਰਾਜ ਕਹਿੰਦੇ ਸਿੱਖ ਉਹ ਭੇਟਾ ਲੈ ਕੇ ਆਇਆ। ਅਰਦਾਸੀਏ ਨੂੰ ਕਹਿੰਦੇ ਨੇ ਤੂੰ ਇਹਨਾਂ ਦੀ ਅਰਦਾਸ ਕਰ ਦੇ, ਤੂੰ ਇਹਨਾਂ ਦੀ ਬੇਨਤੀ ਜਿਹੜੀ ਆ ਮਹਾਰਾਜ ਅੱਗੇ ਗੁਰੂ ਨਾਨਕ ਅੱਗੇ ਕਰਨੀ। ਕਰੋ ਭਾਈ ਸਾਹਿਬ ਜੀ। ਕੋਈ ਕਹਿੰਦਾ ਸੀ ਫਿਰ ਹਮ ਕੀ ਮੋਹਿ ਕਾਮਨਾ ਪੂਰੀ, ਕੋ ਕਹਿ ਕਰੇ ਬਿਗਨ ਗਨ ਦੋਰੇ। ਕੋਈ ਕਹਿੰਦਾ ਸੀ ਗੁਰੂ ਸਾਹਿਬ ਨੇ ਤਾਂ ਮੇਰੀ ਫਲਾਣੀ ਕਾਮਨਾ ਪੂਰੀ ਕੀਤੀ ਆ। ਕੋਈ ਕਹਿੰਦਾ ਸੀ ਮੇਰੇ ਵਿਘਨ ਦੂਰ ਕਰ ਦਿੱਤੇ। ਏਦਾਂ ਫਿਰ ਘਰੇ ਬੈਠੇ ਕਹਿੰਦੇ ਗੁਰੂ ਜੀ ਨੂੰ ਧਿਆਲੋ। ਸ਼੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿਠੇ ਸਭ ਦੁੱਖ ਜਾਏ। ਗੁਰੂ ਸਾਹਿਬ ਨੂੰ ਘਰੇ ਬੈਠਿਆਂ ਨੇ ਯਾਦ ਕੀਤਾ ਸੀ ਤੇ ਮੇਰੀ ਉਹ ਕਾਮਨਾ ਪੂਰੀ ਹੋ ਗਈ। ਦੂਜਾ ਸਿੱਖ ਕਹਿ ਰਿਹਾ ਇਵੇਂ ਮੇਰੇ ਨਾਲ ਹੋਇਆ। ਮੈਂ ਗੁਰੂ ਹਰਿਕ੍ਰਿਸ਼ਨ ਜੀ ਨੂੰ ਯਾਦ ਕੀਤਾ, ਮੇਰੇ ਵਿਘਨ ਦੂਰ ਹੋ ਗਏ, ਮੇਰੀ ਸਮੱਸਿਆ ਦੂਰ ਹੋ ਗਈ ਸੀ। ਕੋ ਕਹਿ ਸਤਿਗੁਰ ਮੁਝ ਸੁਤ ਦੀਜੈ। ਕੋਈ ਕਹਿੰਦਾ ਸੀ ਗੁਰੂ ਜੀ ਮੇਰੇ ਘਰ ਵਿੱਚ ਪੁੱਤਰ ਨਹੀਂ ਕੋਈ ਪੈਦਾ ਹੋਇਆ, ਮੈਨੂੰ ਵੀ ਆਪਣੇ ਜੈਸਾ ਬਾਲ ਦੇ ਦੋ, ਪੁੱਤਰ ਦੇ ਦੇਵੋ ਜੀ। ਕੋ ਕਹਿ ਮਮ ਤਨ ਧਾਮ ਪਰਿਜੈ। ਕੋਈ ਕਹਿੰਦਾ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ ਮਹਾਰਾਜ, ਮੇਰਾ ਮਕਾਨ ਬਣਾਉਣ ਵਾਲਾ, ਮੈਨੂੰ ਪੈਸੇ ਦੇ ਦੇਵੋ ਸਾਹਿਬ ਜੀ। ਕੋ ਤਨ ਕੇ ਕਸ਼ਟ ਵਿਦਾਰੋ। ਕੋਈ ਕਹਿੰਦਾ ਸੀ ਮੇਰੇ ਤਨ ਨੂੰ ਨਾ ਪੀੜਾ ਹੈ, ਮੇਰੀ ਦੇਹ ਜਿਹੜੀ ਆ ਰੋਗਾਂ ਨਾਲ ਭਰੀ ਆ। ਗੁਰੂ ਸਾਹਿਬ ਕਿਰਪਾ ਕਰੋ, ਮੇਰੇ ਤਨ ਦਾ ਕਸ਼ਟ ਦੂਰ ਕਰੋ ਜੀ। ਉਹ ਕਹਿ ਸਤਾ ਗਨ ਨਿਰਵਾਰੋ। ਕੋਈ ਕਹਿੰਦਾ ਸੀ ਮੇਰੇ ਵੈਰੀਆਂ ਨੂੰ ਦੂਰ ਕਰੋ ਮਹਾਰਾਜ, ਕਲ ਕਲੇਸ਼ ਪਾਉਂਦੇ ਨੇ ਵੈਰੀ, ਹਮਰੇ ਦੁਸ਼ਟ ਸਭੈ ਤੁਮ ਕਾਵੋ। ਕੋਈ ਇਸ ਕਰਕੇ ਮਹਾਰਾਜ ਅੱਗੇ ਕਹਿੰਦਾ ਸੀ ਮੇਰੇ ਵੈਰੀਆਂ ਦਾ ਦੂਰ ਕਰੋ ਇਹਨਾਂ ਨੂੰ। ਵੈਰੀ ਕੌਣ? ਮੇਰੇ ਅੰਦਰਲੇ ਵੈਰੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੈਰੀ ਨੇ ਬੰਦੇ ਦੇ, ਇਹਨਾਂ ਨੂੰ ਦੂਰ ਕਰੋ ਗੁਰੂ ਜੀ। ਅੰਤ ਕਾਵਣਾ ਇਸ ਤੇ ਆਦ, ਜਾਚਤ ਗੁਰ ਤੇ ਉੱਚ ਅਹਲਾਦ। ਇਸ ਤੋਂ ਉਪਰੰਤ ਅਨੇਕ ਕਾਮਨਾਵਾਂ ਦਿਲ ਦੇ ਵਿੱਚ ਪ੍ਰਸੰਨ ਹੋ ਕੇ ਗੁਰੂ ਜੀ ਤੋਂ ਮੰਗਣਾ ਕੀਤੀਆਂ ਹਨ। ਧਰ ਧਰ ਦੇ ਕਾਮਨਾ ਜੈਸੀ, ਦਰਤੇ ਸਤਿਗੁਰ ਪੂਰੇ ਤੈਸੀ। ਹਿਰਦੇ ਵਿੱਚ ਜਿਹੜੀਆਂ ਵੀ ਕਾਮਨਾਵਾਂ ਧਾਰਨ ਕਰਕੇ ਆਉਂਦੇ ਸੀ, ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦੇ ਨਾਲ ਉਹ ਪੂਰੀਆਂ ਹੋ ਜਾਂਦੀਆਂ ਸੀ। ਤੇ ਅਖੀਰ ਦੀ ਪੰਕਤੀ ਵਿੱਚ ਕਵੀ ਜੀ ਕਹਿੰਦੇ ਆ ਸਤਨਾਮ ਕੈ ਜਾਚਤ ਕੋਈ, ਪਦ ਪੰਕਜ ਪ੍ਰੇਮੀ ਔਰ ਜੋਈ। ਸਭ ਤੋਂ ਸੋਹਣੀ ਗੱਲ ਕਵੀ ਜੀ ਨੇ ਆਖੀ ਆ। ਕਹਿੰਦੇ ਕੋਈ ਆਉਂਦਾ ਸੀ, ਕਹਿੰਦਾ ਸੀ ਮੈਂ ਰੋਗੀ ਹਾਂ, ਗੁਰੂ ਜੀ ਮੈਨੂੰ ਠੀਕ ਕਰ ਦਿਓ, ਉਹ ਵੀ ਠੀਕ ਹੁੰਦਾ ਸੀ। ਕੋਈ ਕਹਿੰਦਾ ਜੀ ਪੁੱਤ ਨਹੀਂ ਮੇਰੇ ਕੋਲੇ, ਪੁੱਤਰ ਦੀ ਦਾਤ ਮਹਾਰਾਜ ਝੋਲੀ ਭਰ ਦਿਓ, ਪੁੱਤਰ ਦੀ ਦਾਤ ਵੀ ਮਿਲ ਜਾਂਦੀ ਸੀ। ਕੋਈ ਕਹਿੰਦਾ ਘਰ ਵਿੱਚ ਦੁੱਧ ਦੀ ਦਾਤ ਨਹੀਂ ਮਹਾਰਾਜ, ਘਰ ਵਿੱਚ ਦੁੱਧ ਹੋਵੇ ਲਵੇਰੇ ਹੋਣ, ਉਹਦੀ ਦਾਤ ਵੀ ਮਿਲ ਜਾਂਦੀ ਸੀ। ਪਰ ਇਹਨਾਂ ਸਭ ਤੋਂ ਹਟ ਕੇ ਕੋਈ ਆਉਂਦਾ ਸੀ, ਉਹ ਕਹਿੰਦਾ ਸੀ ਮਾਲਕ ਜੀ, ਗੁਰੂ ਜੀ ਸਤਨਾਮ ਦੀ ਬਖਸ਼ਿਸ਼ ਕਰੋ, ਸਿਮਰਨ ਦੀ ਦਾਤ ਮੈਨੂੰ ਦਿਓ। ਤੇ ਉਹ ਥੋੜੇ ਹੀ ਸੀ ਉਹਨਾਂ ਵਿੱਚੋਂ ਵੀ। ਇਹ ਗੁਰੂ ਹਰਿਕ੍ਰਿਸ਼ਨ ਜੀ ਕੋਲ ਆ ਕੇ ਇਹ ਸਤਨਾਮ ਸਿਮਰਨ ਦੀ ਦਾਤ ਮੰਗਣ ਵਾਲੇ ਥੋੜੇ ਹੀ ਸੀ। ਉਹ ਕਿਹੜੇ ਸੀ? ਪਦ ਪੰਕਜ ਪ੍ਰੇਮੀ ਔਰ ਜੋਈ, ਜਿਨ੍ਹਾਂ ਦਾ ਰੱਬ ਨਾਲ ਪਿਆਰ ਸੀ। ਉਹਨਾਂ ਨੇ ਰੱਬ ਤੋਂ ਰੱਬ ਨੂੰ ਮੰਗਿਆ ਹੈ, ਉਹਨਾਂ ਨੇ ਰੱਬ ਤੋਂ ਸਿਮਰਨ ਨੂੰ ਮੰਗਿਆ ਹੈ। ਸਤਨਾਮ ਅਸੀਂ ਜਪੀਏ, ਇਹ ਬੰਦੇ ਦੇ ਵੱਸ ਨਹੀਂ ਨਾ ਵੀ ਆਪ ਜਪੇ, ਉਹ ਗੁਰੂ ਦੀ ਰਹਿਮਤ ਨਾਲ ਹੀ ਹੁੰਦੀ ਆ, ਅਸੀਸ ਹੁੰਦੀ ਆ। ਗੁਰੂ ਦੀ ਸਿੱਖਿਆ ਲੈ ਕੇ ਜਪਿਆ ਜਾਂਦਾ। ਇਹ ਇਹੋ ਜਿਹੀ ਸਿੱਖਿਆ ਦਿਓ ਗੁਰੂ ਜੀ, ਮੈਂ ਸਤਨਾਮ ਕਦੇ ਭੁੱਲਾਂ ਨਾ। ਇਹੋ ਜਿਹੇ ਸਿੱਖ ਵੀ ਆਏ, ਦੁੱਧ ਮੰਗਣ ਵਾਲੇ ਵੀ ਆਏ, ਪੁੱਤ ਮੰਗਣ ਵਾਲੇ ਵੀ ਆਏ, ਤੇ ਮਕਾਨ ਸਾਡਾ ਪੈ ਜੇ ਇਹ ਵੀ ਆਏ। ਕਈ ਪੈਸੇ ਸਾਨੂੰ ਦੇ ਦਿਓ ਗੁਰੂ ਜੀ, ਇਹ ਵੀ ਆਏ। ਦੇਂਦਾ ਦੇ ਲੈਂਦੇ ਥੱਕ ਪਾਹੇ, ਗੁਰੂ ਸਾਹਿਬ ਦਾਤਾਂ ਦਿੰਦੇ ਰਹਿੰਦੇ ਨੇ, ਵੰਡਦੇ ਰਹਿੰਦੇ ਨੇ। ਜਿਹੜਾ ਦੇਣ ਵਾਲਾ ਹੈ ਉਹ ਨਹੀਂ ਥੱਕਦਾ, ਲੈਣ ਵਾਲੇ ਥੱਕ ਥੱਕ ਕੇ ਖੱਪ ਜਾਂਦੇ ਨੇ ਤੇ ਮਰ ਜਾਂਦੇ ਨੇ। ਦੇਂਦਾ ਦੇ ਲੈਂਦੇ ਥੱਕ ਪਾਏ, ਉਹ ਸ਼ਮਸ਼ਾਨ ਘਾਟ ਚਲੇ ਜਾਂਦੇ ਨੇ। ਰੱਬ ਦੀਆਂ ਦਾਤਾਂ ਲੈ ਲੈ ਕੇ ਰੋਟੀ ਖਾ ਕੇ ਕਹਿੰਦੇ ਬੰਦੇ ਦੇ ਦੰਦ ਘਸ ਜਾਂਦੇ ਆ, ਟੁੱਟ ਜਾਂਦੇ ਆ।
ਦੰਦ ਟੁੱਟ ਜਾਂਦੇ ਆ ਪਰ ਇਹ ਸ਼ੁਕਰ ਨਹੀਂ ਕਰਦਾ ਮਾਲਕ ਦਾ। ਇਹਨਾਂ ਦੰਦਾਂ ਨਾਲ ਉਹਦਾ ਦਿੱਤਾ ਹੋਇਆ ਰੋਜ਼ ਖਾਂਦਾ, ਸਵੇਰੇ ਖਾਂਦੇ ਨੇ ਕਈ, ਦੁਪਹਿਰੇ ਵੀ ਖਾਂਦੇ ਆ ਕਈ ਤਾਂ, ਤੇ ਕਈ ਰਾਤ ਨੂੰ 3 ਟਾਈਮ ਭੋਜਨ ਛਕਦੇ ਆ, ਕਈ 4 ਟਾਈਮ ਵੀ ਛਕਦੇ ਹੋਣਗੇ, ਇਹੋ ਜਿਹੇ ਵੀ ਨੇ ਇਹ। ਪਰ ਮਾਲਕ ਦਾ ਸ਼ੁਕਰ ਕਰਨਾ, ਇਹ ਗੁਰੂ ਦੀ ਸਿੱਖਿਆ ਤੋਂ ਬਿਨਾਂ ਪਿਆਰਿਓ ਇਹ ਦਾਤ ਨਹੀਂ ਮਿਲਦੀ। ਤਾਂ ਧੰਨ ਸੀ ਉਹ ਸਿੱਖ ਜਿਨ੍ਹਾਂ ਨੇ ਗੁਰੂ ਤੋਂ ਆ ਕੇ, ਪੈਸਾ ਵੀ ਜ਼ਰੂਰੀ ਆ ਭਾਵੇਂ, ਪਰ ਸਿਮਰਨ ਉਦੋਂ ਵੀ ਜ਼ਰੂਰੀ ਆ। ਪੈਸਾ ਨਾ ਵੀ ਹੋਇਆ ਕੋਈ ਗੱਲ ਨਹੀਂ, ਜ਼ਿੰਦਗੀ ਫਿਰ ਵੀ ਗਰੀਬੀ 'ਚ ਚੱਲ ਜਾਂਦੀ ਹੁੰਦੀ ਆ। ਸਿਮਰਨ ਨਾ ਹੋਇਆ ਬੰਦੇ ਦੇ ਪੱਲੇ, ਫਿਰ ਜ਼ਿੰਦਗੀ ਚੱਲ ਕੇ ਵੀ ਰੁਕੀ ਰਹਿੰਦੀ ਆ। ਇਹ ਗੁਰੂ ਸਾਹਿਬ ਦੀਆਂ ਅਸੀਸਾਂ ਨੇ। ਇੱਥੇ ਸਮਾਪਤੀ ਹੋ ਗਈ ਆ ਜੀ ਪ੍ਰਸੰਗ ਦੀ। ਗੁਰੂ ਮਹਾਰਾਜ ਕਿਰਪਾ ਕਰਨ। ਅੱਗੇ ਗੁਰੂ ਸਾਹਿਬ ਜੀ ਕੀ ਕਿਰਪਾ ਕਰਨਗੇ ਸਾਧ ਸੰਗਤ 'ਤੇ। ਇਹ ਰਾਹ ਵਿੱਚ ਜਿਹੜੇ ਡੇਰੇ ਲਾ ਰਹੇ ਨੇ ਉਹ ਐਵੇਂ ਥੋੜ੍ਹੀ ਲਾ ਰਹੇ ਨੇ, ਕੋਈ ਕਾਰਨ ਸੀ ਉਹਦਾ। ਸੰਗਤਾਂ ਨੂੰ ਤਾਰਨਾ ਸੀ, ਬਾਲੜੇ ਪ੍ਰੀਤਮ ਨੇ। ਕੱਲ੍ਹ ਦੇ ਦੀਵਾਨ ਵਿੱਚ ਤੁਸੀਂ ਸਰਵਣ ਕਰੋਗੇ ਕਿਸ ਪ੍ਰਕਾਰ ਗੁਰੂ ਮਹਾਰਾਜ ਜੀ ਜਦੋਂ ਦਿੱਲੀ ਜਾਂਦੇ ਨੇ, ਰਸਤੇ ਦੇ ਵਿੱਚ ਇੱਕ ਛੱਜੂ ਜੀਵਰ ਸੀ, ਬਿਲਕੁਲ ਕੋਈ ਪੜ੍ਹਿਆ ਲਿਖਿਆ ਨਹੀਂ, ਤੇ ਬਿਲਕੁਲ ਭੋਲਾ ਭਾ ਜਿਵੇਂ ਆਪਾਂ ਕਹਿੰਦੇ ਹਾਂ, ਸਿੱਧਾ ਜਿਹਨੂੰ ਆਪਾਂ ਕਹਿੰਦੇ ਹਾਂ, ਸਿੱਧਾ ਬੰਦਾ। ਉਹ ਤੋਂ ਗੀਤਾ ਦੇ ਅਰਥ ਕਰਵਾਤੇ ਸੀ। ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰੋਗੇ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਸਾਹਿਬ ਗੁਰੂ ਹਰਿਕ੍ਰਿਸ਼ਨ ਜੀ ਦੀ ਸ਼ਾਨ ਬੜੀ ਉੱਚੀ ਸੁੱਚੀ ਹੈ ਜੀ। ਬੋਲਦਿਆਂ ਇੱਕ ਨਹੀਂ, ਬਹੁਤ 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 ਭੁੱਲਾਂ ਹੋ ਗਈਆਂ ਹਨ। ਅੱਗੇ ਵਾਸਤੇ ਆਪਣੀ ਗੁਰੂ ਮਹਾਰਾਜ ਅਸੀਸ ਬਖਸ਼ਣ। ਸੰਗਤ ਜੀ ਆਪਣਾ ਪਿਆਰ ਬਖਸ਼ੋ, ਭੁੱਲ ਚੁੱਕ ਦੀ ਖਿਮਾ। ਪਿਆਰ ਦੇ ਨਾਲ ਪੜ੍ਹੀਏ ਅਖੀਰਲੀਆਂ ਪੰਕਤੀਆਂ ਤੇ ਫਤਿਹ ਬੁਲਾਉਣੀ ਕਰੀਏ ਜੀ। ਸ਼੍ਰੀ ਹਰਿਕ੍ਰਿਸ਼ਨ ਕਿਰਪਾ ਜਤ ਦੇਖ, ਦਰਸ਼ਨ ਬਾਸਤ ਦੇ ਅਸੇਖ। ਜਥਾ ਜੋਗ ਦੀਨੋ ਸਰ ਪਾਏ, ਪਾਏ ਪ੍ਰਸਾਦ ਧਰੇ ਔਰ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।